ਹੈਲੋ ਸਟੂਡੈਂਟਸ। ਹਾਂਜੀ, ਕਿਵੇਂ ਤੁਸੀਂ ਸਾਰੇ? ਮੈਂ ਮੋਨਿਕਾ ਆਪ ਸਭ ਦਾ ਸਾਵਲ ਕਲਾਸਿਸ ਦੇ YouTube ਚੈਨਲ ਤੇ ਇੱਕ ਵਾਰ ਫਿਰ ਸਵਾਗਤ ਕਰਦੀ ਹਾਂ ਜੀ। ਹਾਂਜੀ ਸਟੂਡੈਂਟਸ, ਜੋ ਅੱਜ ਦੀ ਵੀਡੀਓ ਹੈ ਉਸ ਦੇ ਵਿੱਚ ਅਸੀਂ ਜੋ ਕੱਲ ਮਾਸਟਰ ਕੇਡਰ ਪੰਜਾਬੀ ਦਾ ਪੇਪਰ ਹੋ ਚੁੱਕਿਆ ਹੈ ਜੀ ਉਸ ਨੂੰ ਜੋ ਡਿਸਕਸ ਕਰਾਂਗੇ। ਸੋ ਇਹ ਜਿਹੜਾ ਮੇਰੇ ਅਕੋਰਡਿੰਗ ਜਿਹੜੇ ਆਨਸਰ ਨੇ ਸੋ ਮੈਂ ਉਹ ਆਨਸਰ ਜਿਹੜੀ ਦੱਸਾਂਗੀ। ਠੀਕ ਹੈ ਜੀ। ਸੋ ਉਮੀਦ ਹੈ ਕਿ ਸਾਰਿਆਂ ਦਾ ਪੇਪਰ ਜਿਹੜਾ ਬਹੁਤ ਵਧੀਆ ਜਿਹੜਾ ਹੋਇਆ ਹੋਵੇਗਾ। ਠੀਕ ਹੈ ਜੀ। ਸੋ ਬਹੁਤ ਸਾਰੇ ਕੁਐਸਚਨ ਅਜਿਹੇ ਨੇ ਜਿਹੜੇ ਆਪਾਂ ਜਾਂ ਤਾਂ ਐਮਸੀਕਿਊਜ਼ ਦੇ ਵਿੱਚ ਕੀਤੇ ਨੇ ਤੇ ਜਾਂ ਫਿਰ ਜਿਹੜੇ ਆਪਾਂ ਗਰੁੱਪ ਦੇ ਵਿੱਚ ਜਿਹੜੇ ਕਰਦੇ ਰਹੇ ਹਾਂ। ਸੋ ਬਹੁਤ ਸਾਰਾ ਪੇਪਰ ਜੇ ਆਪਾਂ ਕਹਿ ਸਕਦੇ ਹਾਂ ਕਿ ਪੜ੍ਹਾਏ ਹੋਏ ਜਿਹੜੇ ਸਿਲੇਬਸ ਦੇ ਵਿੱਚੋਂ ਹੀ ਜੋ ਆਇਆ ਹੈ। ਠੀਕ ਹੈ ਜੀ। ਹਾਂਜੀ, ਸੋ ਸ਼ੁਰੂ ਕਰਦੇ ਹਾਂ ਜੀ। ਹਾਂਜੀ, ਸੋ ਜਿਹੜਾ ਮੇਰੇ ਕੋਲ ਪੇਪਰ ਹੈ ਉਹ ਮੇਰੇ ਕੋਲ ਸੈਟ ਏ ਹੈ ਜੀ ਪੇਪਰ ਦਾ। ਠੀਕ ਹੈ ਜੀ। ਹਾਂਜੀ, ਸੋ ਫਰਸਟ ਪ੍ਰਸ਼ਨ ਹੈ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 19 ਰਾਗਾਂ ਵਿੱਚ ਕਿਸ ਗੁਰੂ ਸਾਹਿਬ ਦੀ ਬਾਣੀ ਦਰਜ ਹੈ ਜੀ। ਹਾਂਜੀ, ਸੋ ਇਹ ਕੁਐਸਚਨ ਆਪਾਂ ਜਿਹੜਾ ਬਹੁਤ ਵਾਰ ਕੀਤਾ ਹੈ। ਸੋ ਇਸ ਦਾ ਸਹੀ ਉੱਤਰ ਜੋ ਹੈ ਜੀ ਇਹ ਆਪਸ਼ਨ ਹੈ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ। ਹਾਂਜੀ, ਸੋ ਦੂਸਰਾ ਪ੍ਰਸ਼ਨ ਹੈ ਜੀ ਆਪਣੇ ਕੋਲ, ਜਿਸ ਪਿਆਰੇ ਸੋ ਨੇ ਤਿਸ ਆਗੇ ਮਰ ਚਲੀਏ ਪੰਕਤੀ ਹੈ ਜੀ। ਇਸ ਦਾ ਸਹੀ ਉੱਤਰ ਹੈ ਜੀ ਆਪਣੇ ਕੋਲ ਸ਼੍ਰੀ ਗੁਰੂ ਅੰਗਦ ਦੇਵ ਜੀ। ਹਾਂਜੀ, ਸੋ ਸਿਰਫ ਮੈਂ ਬਸ ਰਾਈਟ ਆਨਸਰ ਹੀ ਜੋ ਦੇਵਾਂਗੀ ਇਸ ਦੇ ਵਿੱਚ। ਹਾਂਜੀ, ਸੋ ਤੀਸਰਾ ਪ੍ਰਸ਼ਨ ਹੈ, ਗੁਰੂ ਅਮਰਦਾਸ ਜੀ ਦਾ ਸਮਾਂ ਹੈ ਜੀ। ਸੋ ਇਸ ਦਾ ਡੀ ਆਪਸ਼ਨ ਸਹੀ ਹੈ ਜੀ, 1479 ਤੋਂ 1574 ਈਸਵੀ। ਹਾਂਜੀ, ਸੋ ਚੌਥਾ ਪ੍ਰਸ਼ਨ ਹੈ ਜੀ, ਗੁਰੂ ਬਾਣੀ ਦੀ ਕੁੰਜੀ ਕਿਸ ਦੀ ਰਚਨਾ ਨੂੰ ਕਿਹਾ ਜਾਂਦਾ। ਸੋ ਇਹ ਕੁਐਸਚਨ ਵੀ ਆਪਾਂ ਬਹੁਤ ਵਾਰ ਐਮਸੀਕਿਊਜ਼ ਦੇ ਵਿੱਚੋਂ ਪਾਇਆ ਹੈ। ਹਾਂਜੀ, ਸੋ ਬੀ ਆਪਸ਼ਨ ਹੈ ਇਸ ਦਾ ਵਾਰਾਂ ਗੁਰਦਾਸ ਜੀ। ਸੋ ਇਹ ਤਕਰੀਬਨ ਸਭ ਨੂੰ ਜੋ ਆਂਦਾ ਹੀ ਹੋਏਗਾ। ਹਾਂਜੀ, ਪੰਜਵਾਂ ਪ੍ਰਸ਼ਨ ਹੈ, ਬਾਬਾ ਫਰੀਦ ਜੀ ਦੇ ਖਲੀਫਾ ਕੌਣ ਸਨ। ਹਾਂਜੀ, ਸੋ ਖਲੀਫਾ ਹੁੰਦਾ ਹੈ ਜੋ ਲੀਡਰ ਹੁੰਦਾ ਹੈ। ਠੀਕ ਹੈ ਜੀ। ਸੋ ਡੀ ਆਪਸ਼ਨ ਇਸ ਦਾ ਹੈ ਜੀ, ਖਵਾਜਾ ਬਖਤਿਆਰ ਕਾਕੀ। ਹਾਂਜੀ, ਅੱਗੇ ਛੇਵਾਂ ਪ੍ਰਸ਼ਨ ਹੈ ਜੀ, ਸੋ ਸ਼ਾਹ ਹੁਸੈਨ ਨਾਲ ਸੰਬੰਧਿਤ ਤੁਕਾਂ ਵੀ ਆਪਾਂ ਜਿਹੜੀਆਂ ਬਹੁਤ ਕੀਤੀਆਂ ਸੀ। ਰੱਬਾ ਮੇਰੇ ਹਾਲ ਦਾ ਮਹਿਰਮ ਤੂੰ, ਤੂੰ ਹੈ ਤਾਣਾ ਤੂੰ ਹੈ ਬਾਣਾ ਸਭ ਕੁਝ ਮੇਰਾ ਤੂੰ। ਪੰਕਤੀਆਂ ਜਿਹੜੀਆਂ ਕਿਸ ਦੀਆਂ ਹਨ। ਸੋ ਇਸ ਦਾ ਇਹ ਆਪਸ਼ਨ ਹੈ ਜੀ, ਸ਼ਾਹ ਹੁਸੈਨ ਦੀਆਂ ਨੇ। ਸਤਵਾਂ ਪ੍ਰਸ਼ਨ ਹੈ ਜੀ, ਸ਼ਾਹ ਇਨਾਇਤ ਕਿਸ ਦੇ ਮੁਰਸ਼ਿਦ ਸਨ। ਹਾਂਜੀ, ਸੋ ਸੀ ਆਪਸ਼ਨ ਹੈ ਜਿਸ ਦਾ ਬੁੱਲੇ ਸ਼ਾਹ ਦੇ। ਹਾਂਜੀ, ਦਮੋਦਰ ਦੇ ਹੀਰ ਦੇ ਕਿੱਸੇ ਵਿੱਚ ਕਿਸ ਬਾਦਸ਼ਾਹ ਦਾ ਬਾਰ-ਬਾਰ ਜ਼ਿਕਰ ਆਉਂਦਾ ਹੈ। ਸੋ ਆਪਾਂ ਇਸ ਦੇ ਨਾਲ ਸੰਬੰਧਿਤ ਵੀ ਜਿਹੜੇ ਕੁਐਸਚਨ ਬਣਾਏ ਸੀਗੇ ਕਿ ਇਸ ਦੇ ਜਿਹੜਾ ਕਿਹੜਾ ਸਮਕਾਲੀ ਸੀ ਤੇ ਨਾਲੇ ਜਿਹੜੀਆਂ ਕੁਝ ਤੁਕਾਂ ਵੀ ਇਸ ਦੀਆਂ ਲਈਆਂ ਸਨ। ਠੀਕ ਹੈ ਜੀ। ਸੋ ਇਸ ਦਾ ਸਹੀ ਉੱਤਰ ਜੋ ਹੈ ਡੀ ਹੈ ਜੀ। ਸੋ ਆਪਾਂ ਇਹ ਵੀ ਤੁਕ ਜਿਹੜੀ ਹੁਣੇ ਰੀਸੈਂਟਲੀ ਪਾ ਕੇ ਹਟੇ ਸੀ ਐਮਸੀਕਿਊ ਦੇ ਵਿੱਚ ਕਿ ਅਕਬਰ ਨਾਲ ਕਰੇਂਦਾ ਦਾਵੇ ਭੂਈ ਨਹੀਂ ਦੱਸ ਆਈ। ਠੀਕ ਹੈ ਜੀ। ਸੋ ਇਸ ਤਰ੍ਹਾਂ ਜਿਹੜੇ ਆਪਾਂ ਬਹੁਤ ਨੇੜੇ ਤੇੜੇ ਇਸ ਦੇ ਸੀ। ਹਾਂਜੀ, ਸੋ ਨੌਵਾਂ ਪ੍ਰਸ਼ਨ ਹੈ ਜੀ ਆਪਣੇ ਕੋਲ, ਵਣਜ ਗਵਾਲੇ ਬਾਣੀਏ ਬਲਦ ਗਵਾਲੇ ਜੱਟ ਪੰਕਤੀਆਂ ਕਿਸ ਕਿੱਸੇ ਦੀਆਂ ਹਨ ਜੀ। ਸੋ ਇਹ ਜੋ ਹੈ ਜੀ ਇਹ ਆਪਸ਼ਨ ਪੀਲੂ ਦੇ ਕਿੱਸੇ ਮਿਰਜ਼ਾ ਸਾਹਿਬਾਂ ਦੀਆਂ ਨੇ। ਹਾਂਜੀ, ਪੰਜਾਬੀ ਕਿੱਸਾ ਮੁੱਖ ਰੂਪ ਵਿੱਚ ਪ੍ਰਭਾਵਿਤ ਹੈ ਜੀ। ਇਸ ਦਾ ਆਪਸ਼ਨ ਹੈ ਜੀ ਵੀ ਆਪਣੇ ਕੋਲ ਮਸਨਵੀ ਤੋਂ। ਹਾਂਜੀ, ਅਗਲਾ ਜੋ ਹੈ ਆਪਣੇ ਕੋਲ ਪ੍ਰਸ਼ਨ ਉਹ ਹੈ ਜੀ, ਹਾਂਜੀ 11ਵਾਂ ਪ੍ਰਸ਼ਨ ਜੋ ਹੈ ਜੀ ਆਪਣੇ ਕੋਲ ਹੈ, ਕਿੱਸਾ ਕਾਵ ਦਾ ਪ੍ਰਧਾਨ ਰਸ ਜੋ ਕੀ ਹੈ। ਹਾਂਜੀ, ਸੋ ਆਪਾਂ ਜੋ ਰਸਾਂ ਵਾਲਾ ਕੁਐਸਚਨ ਵੀ ਬੜਾ ਡਿਟੇਲ ਦੇ ਵਿੱਚ ਜੋ ਕੀਤਾ ਸੀ। ਹਾਂਜੀ, ਸੋ ਇਸ ਦਾ ਸਹੀ ਉੱਤਰ ਜੋ ਹੈ ਜੀ ਸੀ ਆਪਸ਼ਨ ਹੈ ਜੀ, ਸਿੰਗਾਰਸ। ਸ਼ਿੰਗਾਰਸ ਤੋਂ ਇਸ ਤੇ ਜੋ ਅੱਗੇ ਦੋ ਹੋਰ ਟਾਈਪਸ ਮੰਨਦੀਆਂ ਸੀ ਆਪਣੇ ਕੋਲ, ਸੰਜੋਗ ਸ਼ਿੰਗਾਰ ਤੇ ਵਿਜੋਗ ਸ਼ਿੰਗਾਰ। ਸੋ ਆਪਾਂ ਨੇ ਜੋ ਕੀਤਾ ਹੈ ਜੀ। ਹਾਂਜੀ, 12ਵਾਂ ਪ੍ਰਸ਼ਨ ਹੈ, ਸੂਫੀ ਦਰਵੇਸ਼ ਜਿਹੜਾ ਹੈ ਰੱਬ ਦੀ ਪ੍ਰਾਪਤੀ ਦੇ ਕਿੰਨੇ ਪੜਾਅ ਦੱਸਦੇ ਹਨ। ਸੋ ਇਸ ਦਾ ਬੀ ਆਪਸ਼ਨ ਹੈ ਜੀ, 4 ਪੜਾਅ ਦੱਸਦੇ ਨੇ ਉਹ, ਸ਼ਰੀਅਤ, ਤਰੀਕਤ, ਮਾਰਫਤ ਤੇ ਹਕੀਕਤ। ਹਾਂਜੀ, ਸੋ ਅੱਗੇ 13ਵਾਂ ਪ੍ਰਸ਼ਨ ਹੈ ਜੀ, ਪੰਜਾਬੀ ਕਿੱਸਾ ਕਾਵ ਦੇ ਸਭ ਤੋਂ ਵੱਡਾ ਦਾਰਸ਼ਨਿਕ ਪ੍ਰਭਾਵ ਜਿਹੜਾ ਪਿਆ ਹੈ। ਸੋ ਇਸ ਦਾ ਆਨਸਰ ਹੋਏਗਾ ਜੀ ਬੀ ਆਪਸ਼ਨ, ਸੂਫੀ ਮਤ ਦਾ। ਹਾਂਜੀ, 14ਵਾਂ ਪ੍ਰਸ਼ਨ ਹੈ ਜੀ ਆਪਣੇ ਕੋਲ, ਕਾਦਰ ਯਾਰ ਦਾ ਪੂਰਨ ਭਗਤ ਦਾ ਕਿੱਸਾ ਕਿਸ ਛੰਦ ਵਿੱਚ ਲਿਖਿਆ ਗਿਆ ਹੈ। ਸੋ ਇਸ ਦਾ ਸਹੀ ਉੱਤਰ ਹੈ ਜੀ ਇਹ ਬੈਂਤ ਛੰਦ ਦੇ ਵਿੱਚ। ਹਾਂਜੀ, 15ਵਾਂ ਪ੍ਰਸ਼ਨ ਹੈ ਜੀ ਆਪਣੇ ਕੋਲ, ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੀ ਕਵੀ ਕੌਣ ਸੀ। ਸੋ ਇਸ ਦਾ ਸਹੀ ਉੱਤਰ ਹੈ ਜੀ ਡੀ ਆਪਸ਼ਨ, ਹਾਸ਼ਮ। ਹਾਂਜੀ, ਅੱਗੇ 16ਵਾਂ ਪ੍ਰਸ਼ਨ ਹੈ ਜੀ ਆਪਣੇ ਕੋਲ, ਵਾਰਿਸ ਸ਼ਾਹ ਦਾ ਜਨਮ ਸਥਾਨ ਹੈ ਜੀ। ਵਾਰਿਸ ਸ਼ਾਹ ਦਾ ਜਨਮ ਸਥਾਨ ਹੈ। ਸੋ ਇਸ ਦਾ ਸਹੀ ਉੱਤਰ ਹੈ ਜੀ ਆਪਣੇ ਕੋਲ ਬੀ ਆਪਸ਼ਨ, ਸ਼ੇਖੂਪੁਰਾ। ਠੀਕ ਹੈ ਜੀ। ਸੋ ਪਿੰਡ ਜੰਡਿਆਲੜਾ, ਜ਼ਿਲ੍ਹਾ ਸ਼ੇਖੂਪੁਰਾ। ਹਾਂਜੀ, 17ਵਾਂ ਪ੍ਰਸ਼ਨ ਜੋ ਆਇਆ ਹੈ ਜੀ ਆਪਣੇ ਕੋਲ, ਰੱਬ ਭਰਿਆਂ ਤੋਂ ਕਰਦਾ ਸਖਣੇ ਖਾਲੀ ਫੇਰ ਭਰੇ 17। ਹਾਂਜੀ, ਆਪਸ਼ਨ ਆਪਣੇ ਕੋਲ ਨੇ ਇਸ ਤੇ ਜੀ, ਹਾਫਿਜ਼ ਬਰਖੁਰਦਾਰ, ਵਾਰਿਸ ਸ਼ਾਹ, ਬੁੱਲੇ ਸ਼ਾਹ ਤੇ ਅਹਿਮਦ ਯਾਰ। ਸੋ ਇਸ ਦਾ ਮੈਂ ਹਲੇ ਕੁਐਸਚਨ ਜਿਹੜਾ ਆਨਸਰ ਜੋ ਹੈ ਹਲੇ ਹੋਲਡ ਰੱਖੂਗੀ।
क्योंकि यह मैं इसका कोई मतलब तुक्का नहीं लगाना चाहती, इसमें मैं मेरे को पूरी जी क्लैरिटी जी नहीं मिली है। ठीक है जी। सो वैसे मैंने ऐसा लगता कि ए ऑप्शन होएगा हाफिज बरखुरदार का, पर लेकिन ਜਿਹੜੇ क्वेश्चन ਤੇ ਮੈਨੂੰ ਡਾਊਟ ਨੇ ਜਾਂ ਹਾਲੇ ਤੱਕ ਮੈਨੂੰ ਜੋ ਕਲੀਅਰ ਨਹੀਂ ਹੋ ਚੁੱਕੇ, ਸੋ ਮੈਂ ਉਹਨਾਂ ਦੇ ਆਨਸਰ ਜੋ ਨਹੀਂ ਦੇਵਾਂਗੀ, ਕਿਉਂਕਿ ਇਹ ਮੇਰੇ ਵੱਲੋਂ ਐਕਸਪੈਕਟਡ ਆਨਸਰ ਕੀ ਹੈ ਜੀ। ਠੀਕ ਹੈ ਜੀ। ਮੈਂ ਤੁਹਾਨੂੰ ਆਪਣੇ ਅਕੋਰਡਿੰਗ ਆਨਸਰ ਦੇ ਦਵਾਂ, ਤੁਸੀਂ ਉਸ ਦੇ ਅਨੁਸਾਰ ਜਿਹੜੇ ਆਪਣੇ ਆਨਸਰ ਬਣਾ ਲਓਗੇ, ਤੇ ਬਾਅਦ ਦੇ ਵਿੱਚ ਜਿਹੜੀ ਆਫੀਸ਼ੀਅਲੀ ਆਨਸਰ ਕੀ ਆਏਗੀ, ਸੋ ਉਸ ਦੇ ਨਾਲ ਤੁਹਾਡੇ ਜਿਹੜੇ ਆਨਸਰ ਥੋੜੇ ਨਾ ਗੜਬੜ ਹੋ ਜਾਂਦਾ, ਤੁਹਾਨੂੰ ਜਿਹੜਾ ਕਾਫੀ ਫਿਰ ਨਿਰਾਸ਼ਾ ਜੋ ਹੋਏਗੀ। ਸੋ ਇਸ ਤਰ੍ਹਾਂ ਮੈਂ ਹਲੇ ਇਹਨਾਂ ਨੂੰ ਹੋਲਡ ਰੱਖੂੰਗੀ, ਤੇ ਜਦੋਂ ਮੈਨੂੰ ਲੱਗੇਗਾ ਕਿ ਇਸ ਦੇ ਆਨਸਰ ਰਾਈਟ ਆਨਸਰ ਕਿਹੜਾ, ਤਾਂ ਮੈਂ ਇਸ ਵੀਡੀਓ ਦੇ ਨੀਚੇ ਜੋ ਕਮੈਂਟ ਹੋਏਗਾ ਟੌਪ ਦੇ ਉੱਪਰ ਤੁਹਾਨੂੰ ਕਮੈਂਟ ਉਹ ਸ਼ੋ ਹੋ ਜਾਏਗਾ, ਜਦੋਂ ਮੈਨੂੰ ਲੱਗੇਗਾ ਨਾਲ ਦੀ ਨਾਲ ਮੈਂ ਉੱਥੇ ਕਮੈਂਟ ਕਰਦਾ ਕਿ ਇਸ ਕੁਐਸਚਨ ਦਾ ਰਾਈਟ ਆਨਸਰ ਜਿਹੜਾ ਹੈ ਇਹ ਹੈ ਜੀ। हाँ जी। सो 18वां प्रश्न है जी अपने कोल, वीर रस नाल संबंधित केड़ी रचना है जी। सो ये क्वेश्चन भी असं जो बहुत बार कर चुके हैं जी। सो इसका सही उत्तर है जी बी ऑप्शन, वार श्री भगवती जी के। हाँ जी। 9वां प्रश्न है जी, सॉरी 19वां प्रश्न है जी अपने कोल, शाह मुहम्मद दे जंगनामे विच महारानी जिंदा नाल पूरी तरह न्याय नहीं होया, किसका कथन है जी यही। हाँ जी। सो इसका सही उत्तर है जी वो है जी डॉक्टर गंडा सिंह। हाँ जी। 20वां प्रश्न है जी, नजाबत ने नादर शाह दी वार किहड़े छंद विच लिखी है जी। सो इसका सही उत्तर जी सिरखंडी छंद दे विच। हाँ जी। 21वां प्रश्न है जी, भाई वीर सिंह दी कविता दी जिहड़ी किहड़ी प्रवृत्ति है। तो हाँ जी, ये क्वेश्चन भी मैनू किते ना किते थोड़ा लगता है गड़बड़ वाला, पर लेकिन बहुत जरा जरा मेरा जरा आंसर है जी वो बी है, रहस्यवादी दार्शनिकवाद, क्योंकि इस थोड़ी यथार्थवादी गल आ रही है। सो डी ऑप्शन कितने किते लग रहा है अध्यात्मकवाद के नाल, पर लेकिन यथार्थवादी होने करके नहीं लग रहा। सो रहस्यवादी दार्शनिक जिहड़ा इसका आंसर है। हाँ जी। सो नैक्सट प्रश्न है जी अपने कोल 22वां। हाँ जी। सो ये क्वेश्चन भी आपां जिहड़ा बहुत बार जो है आपां कर चुके हाँ जी। विद्या रत्नाकर पुस्तक दा लेखक कौन है जी। सो MCQs दे विच भी ये क्वेश्चन जो करवाए जा चुके ने। सो इसका बी ऑप्शन है जी बिहारी लाल पुरी। हाँ जी। सो वार्तककार सूबा सिंह का जन्म स्थान है जी, केड़ा जन्म स्थान है, सो ये भी क्वेश्चन आपां कीता है जी। सो है जी जिला अमृतसर। हाँ जी। नैक्सट 24वां प्रश्न है, रविंद्रनाथ टैगोर के प्रभाव हेठ किसने पंजाबी विच रचना की। सो इसका है जी अपने को सी ऑप्शन बलराज साहनी। हाँ जी। सो 25वां प्रश्न है जी, खिड़कियां पुस्तक किसकी है जी। सो इसका आंसर जो है जी वो बी ऑप्शन है जी नरिंदर सिंह कपूर। हाँ जी। चिट्टा लहू नावल केड़े सन विच छपया। सो सी ऑप्शन 1932 दे विच। हाँ जी। 27वां प्रश्न है जी अगे, यथार्थवादी नावलकार केड़ा है। सो इस संबंधी जिहड़े आंसर आपां जो MCQs दे विच भी क्वेश्चन पाउंदे रहे हां। ठीक है जी। सो ज्यादातर मड़ी दा दीवा नाल संबंधित एक करके क्वेश्चन जो पाया है। सो डी ऑप्शन है जी गुरदयाल सिंह है जी इसका आंसर। अगे जी सरबलो दी वोटी कहानी किसदी है जी। सो 28वां प्रश्न है जी ए अपने कोल ए ऑप्शन। हाँ जी। 29वां प्रश्न है जी अपने कोल, बूटा सिंह विरक दी सॉरी बूटा सिंह विरक दी किस कहानी का पात्र है जी। सो यह है जी डी ऑप्शन है जी अपने कोल दो आने दा घा। हाँ जी। सो अगे अपने को 30वां प्रश्न है, रूपी ट्रेड रसाला कौन प्रकाशित करता रहा। सो इसका आंसर है जी ए ऑप्शन अजीत कौर। हाँ जी। ये क्वेश्चन भी जो आप डिटेल दे विच कीता सी, जदों आप अजीत कौर दी स्वै जीवनी बारे जो गल कीती सी लैक्चर दे विच, तां उदों आपां ने जिहड़ा उसदी जिहड़ा उसदा कांड सी स्वै जीवनी दा हादसियां दे हजूम दे विच, ठीक है जी, उदों इस दे विच पढ़िया सी कि उसने ट्रेड रूपी जिहड़ा रसाला प्रकाशित कीता सी, जिहड़ा कि बाद दे विच फेल हो गया सी। हाँ जी। सुजान सिंह नूं किस पुस्तक ते साहित्य अकादमी का इनाम मिला। सो ये क्वेश्चन भी आपां जिहड़ा बहुत बार जो कीता है जी। सो शहर ते ग्रां। हाँ जी। मुर्गियां कहानी का रचेता, ये भी आप MCQs दे विच रिसेंटली क्वेश्चन जो पा के हटे सी। सो इसका है जी डी ऑप्शन नरंग सिंह। हाँ जी। अगे 33वां प्रश्न है जी, हाँ जी। सो 33वां प्रश्न है जी, जे प्रसाद वसै सुख मंदर तिसे ध्याए सदामन अंदर, पंक्ति केड़ी बाणी विच दर्ज है जी। सो इसका सही उत्तर है जी सुखमनी साहिब। हाँ जी। शी रफी का आधार किन्ने अखर हैं। सो जी इस क्वेश्चन जो भी MCQ से पाया गया, सो तुहानू सारिਆਂ ਨੂੰ जी आउंदा ही सी। सो बी ऑप्शन है जी 30। हाँ जी। अगे है अपने कोल 35वां प्रश्न है जी, गोष्टां किस साहित्य रूप नाल संबंधित हैं जी। सो इसका ए ऑप्शन है जी वार्तक नाल।
ਕੁਰਸੀ ਰਚਨਾ ਸਾਹਿਤ ਦੀ ਕਿਹੜੀ ਵਿਧਾ ਨਾਲ ਸੰਬੰਧਿਤ ਹੈ ਜੀ? ਸੋ ਇਹ ਵੀ ਆਪਾਂ ਨੂੰ ਪਤਾ ਹੈ ਕਿ ਇਹ ਜੋ ਕਹਾਣੀ ਹੈ। ਹਾਂਜੀ, ਅੱਗੇ ਪ੍ਰਸ਼ਨ ਹੈ ਜੀ ਆਪਣੇ ਕੋਲ ਭਾਸ਼ਾ ਪਰਿਵਰਤਨ ਦਾ ਕਾਰਨ ਹੈ। ਸੋ ਇਸ ਦੇ ਆਪਸ਼ਨ ਹੈ ਜੀ ਆਪਣੇ ਕੋਲ ਭੂਗੋਲਿਕ, ਸਮਾਜਿਕ, ਸ਼ਬਦ ਉਧਾਰ ਤੇ ਘਟ, ਉਪਰੋਕਤ ਯਾਨੀ ਕਿ ਸਾਰੇ। ਸੋ ਇਹ ਕੁਐਸਚਨ ਦਾ ਵੀ ਮੈਂ ਆਨਸਰ ਜੋ ਹੈ ਨਹੀਂ ਦਊਂਗੀ। ਸੋ ਇਹ ਵੀ ਥੋੜਾ ਡਾਊਟ ਦੇ ਵਿੱਚ ਹੀ ਹੈ ਮੈਨੂੰ। ਵੈਸੇ ਤਾਂ ਜਿੱਥੋਂ ਤੱਕ ਇਸਦਾ ਆਨਸਰ ਆਉਣਾ ਚਾਹੀਦਾ ਜੀ ਸਾਰੇ ਹੀ ਆਉਣੇ ਚਾਹੀਦੇ, ਕਿਉਂਕਿ ਸਾਰੀ ਚੀਜ਼ਾਂ ਹੀ ਮਿਲ ਕੇ ਜਿਹੜਾ ਪਰਿਵਰਤਨ ਦਾ ਕਾਰਨ ਬਣਦੀਆਂ ਨੇ। ਪਰ ਲੇਕਿਨ ਫਿਰ ਵੀ ਮੈਂ ਜਿਹੜਾ ਇੱਕ ਕੁਐਸਚਨ ਨੂੰ ਹੋਲਡ ਕਰਕੇ ਰੱਖੂੰਗੀ। ਠੀਕ ਹੈ ਜੀ। ਸੋ ਇਸਦਾ ਵੀ ਜੋ ਆਨਸਰ ਹੈ ਤੁਹਾਨੂੰ ਆਪਣੇ ਕੋਲ ਜਿਹੜੀ ਜੋ ਵੀਡੀਓ ਹੋਏਗੀ ਉਸ ਦੇ ਕਮੈਂਟ ਬਾਕਸ ਦੇ ਵਿੱਚ ਜੋ ਹੈ ਮਿਲ ਜਾਏਗਾ। ਹਾਂਜੀ, ਅੱਗੇ 38ਵਾਂ ਪ੍ਰਸ਼ਨ ਹੈ ਜੀ ਆਪਣੇ ਕੋਲ ਪ੍ਰਵਾਨਿਤ ਮਾਨਦੰਡ ਤੋਂ ਨੀਵੇਂ ਪੱਧਰ ਦੇ ਬੋਲਚਾਲ ਨੂੰ ਕੀ ਕਿਹਾ ਜਾਂਦਾ ਹੈ? ਠੀਕ ਹੈ ਜੀ। ਸੋ ਆਪਾਂ ਨੇ ਇਹ ਕੁਐਸਚਨ ਜੋ ਕੀਤਾ ਕਿ ਨੀਵੇਂ ਪੱਧਰ ਦੀ ਭਾਸ਼ਾ ਕਿਹੜੀ ਹੁੰਦੀ ਹੈ ਜਾਂ ਸ਼ਿਸ਼ਟਾਚਾਰ ਦੀ ਭਾਸ਼ਾ ਕਿਸ ਨੂੰ ਨਹੀਂ ਮੰਨਿਆ ਜਾਂਦਾ। ਠੀਕ ਹੈ ਜੀ। ਸੋ ਇਹ ਕੁਐਸਚਨ ਵੀ ਆਪਾਂ ਜੋ ਬਦਲ ਕੇ ਜੋ ਕਰਦੇ ਰਹੇ ਹਾਂ। ਸੋ ਇਸਦਾ ਆਨਸਰ ਹੈ ਜੀ ਇਹ ਆਪਸ਼ਨ ਅਪ ਭਾਸ਼ਾ। ਹਾਂਜੀ, ਅੱਗੇ ਹੈ ਜੀ ਆਪਣੀ 39ਵਾਂ ਪ੍ਰਸ਼ਨ ਕਾਕਲ ਦਾ ਮੁੱਖ ਕੰਮ ਹੈ। ਠੀਕ ਹੈ ਜੀ। ਇਸ ਦੇ ਆਪਸ਼ਨ ਹਨ ਮੂੰਹ ਪੋਲ ਨੂੰ ਬੰਦ ਕਰਨਾ, ਨਾ ਪੋਲ ਨੂੰ ਬੰਦ ਕਰਨਾ, ਸਾਹ ਨਾਲੀ ਨੂੰ ਬੰਦ ਕਰਨਾ ਜਾਂ ਫਿਰ ਕੋਈ ਵੀ ਨਹੀਂ। ਸੋ ਜਿਹੜਾ ਕਾਕਲ ਹੁੰਦਾ ਆਪਣਾ ਜਿਹੜਾ ਕਾਂ ਹੁੰਦਾ ਜਦੋਂ ਇਹ ਉੱਪਰ ਨੀਚੇ ਹੁੰਦਾ ਹੈ। ਠੀਕ ਹੈ, ਜਦੋਂ ਤਾਂ ਇਹ ਨੀਚੇ ਹੋ ਜਾਂਦਾ ਫਿਰ ਨੱਕ ਦੇ ਜ਼ਰੀਏ ਹਵਾ ਬਾਹਰ ਨੂੰ ਆਉਂਦੀ, ਜਦੋਂ ਉੱਪਰ ਹੁੰਦਾ ਫਿਰ ਇਹ ਨੱਕ ਵਾਲੀ ਹਵਾ ਨੂੰ ਰੋਕ ਕੇ ਮੂੰਹ ਦੇ ਵਿੱਚ ਬਾਹਰ ਕੱਢਦਾ ਹੈ। ਠੀਕ ਹੈ ਜੀ। ਸੋ ਇਸਦਾ ਜਿਹੜਾ ਸੰਬੰਧ ਹੋਏਗਾ ਉਹ ਸਾਹ ਨਾਲੀ ਨੂੰ ਜਿਹੜਾ ਬੰਦ ਕਰਨਾ ਹੋਏਗਾ, ਕਿਉਂਕਿ ਜਦੋਂ ਇਹ ਉੱਪਰ ਥੱਲੇ ਹੁੰਦਾ ਤਾਂ ਹੀ ਜਿਹੜਾ ਨਾਸਿਕ ਧੁਨੀਆਂ ਉਚਾਰੀਆਂ ਜਾਂਦੀਆਂ ਨੇ ਜਾਂ ਫਿਰ ਮੌਖਿਕ ਧੁਨੀਆਂ ਜਿਹੜੀਆਂ ਉਚਾਰੀਆਂ ਜਾਂਦੀਆਂ ਨੇ। ਹਾਂਜੀ, 40ਵਾਂ ਪ੍ਰਸ਼ਨ। ਸੋ ਇਹ ਕੁਐਸਚਨ ਵੀ ਬਹੁਤ ਵਾਰ ਪਾਇਆ ਜਾ ਚੁੱਕਿਆ ਕਿ ਸੁਰ ਤੰਦਾਂ ਦੀ ਕੰਬਨ ਦਾ ਸੰਬੰਧ ਜਿਹੜਾ ਕਿਸ ਦੇ ਨਾਲ ਹੈ। ਠੀਕ ਹੈ ਜੀ। ਸੋ ਜਿਨ੍ਹਾਂ ਵਿਅੰਜਨਾਂ ਦੇ ਉਚਾਰਨ ਸਮੇਂ ਸੁਰ ਤੰਦਾਂ ਵਿੱਚ ਕੰਬਣ ਪੈਦਾ ਹੁੰਦੀ ਹੈ ਉਹ ਹਨ ਕੀ? ਹਾਂਜੀ, ਸੋ 40ਵਾਂ ਪ੍ਰਸ਼ਨ ਹੈ ਇਹ ਹੁੰਦਾ ਜੀ ਸਗੋਸ਼। ਇਹ ਕੁਐਸਚਨ ਜਿਹੜਾ ਬਹੁਤ ਵਾਰ ਆਪਾਂ ਪਾ ਚੁੱਕੇ ਹਾਂ। ਹਾਂਜੀ, ਸੋ ਅੱਗੇ ਹੈ ਜੀ 41ਵਾਂ ਪ੍ਰਸ਼ਨ ਇੱਕ ਸੀ ਅਨੀਤਾ ਰਚਨਾ ਸਾਹਿਤ ਦੀ ਕਿਹੜੀ ਵਿਧਾ ਹੈ ਜੀ? ਸੋ ਇਹ ਵੀ ਆਪਾਂ ਨੂੰ ਪਤਾ ਹੈ ਜੀ ਨਾਵਲ ਹੈ ਜੋ ਕਿ ਅੰਮ੍ਰਿਤਾ ਪ੍ਰੀਤਮ ਦਾ ਹੈ। ਅੱਗੇ ਹੈ ਜੀ ਨਾਟਕ ਤੇ ਰੇਖਾ ਚਿੱਤਰ ਤੇ ਕਿਸ ਨੇ ਕਲਮ ਅਜ਼ਮਾਈ ਹੈ? ਸੋ ਇਹ ਕੁਐਸਚਨ ਵੀ ਆਪਾਂ ਜਿਹੜੇ ਕਾਫੀ ਵਾਰ ਕਰ ਚੁੱਕੇ ਹਾਂ। ਸੋ ਹੈ ਜੀ ਆਪਣੇ ਕੋਲ ਬੀ ਆਪਸ਼ਨ ਹੈ ਜੀ ਬਲਵੰਤ ਗਾਰਗੀ ਨੇ ਨਾਟਕ ਵੀ ਲਿਖੇ ਨੇ ਤੇ ਨਾਲ ਜਿਹੜੇ ਕਿੰਨੇ ਹੀ ਰੇਖਾ ਚਿੱਤਰਾਂ ਦੇ ਇਹਨਾਂ ਦੇ ਨਾਮ ਜੋ ਆਪਾਂ MCQs ਦੇ ਵਿੱਚ ਜੋ ਪਾਉਂਦੇ ਰਹੇ ਹਾਂ। ਸੋ ਵੱਖਰੇ ਇਕੱਲੇ ਨਾਮ ਪਾ ਕੇ ਪੁੱਛਦੇ ਰਹੇ ਹਾਂ ਕਿ ਇਸ ਦੇ ਸਾਹਿਤਕ ਵਿਧਾ ਜਿਹੜੀ ਕਿਹੜੀ ਹੈ। ਹਾਂਜੀ, ਸੋ 43ਵਾਂ ਪ੍ਰਸ਼ਨ ਹੈ ਜੀ ਆਪਣੇ ਕੋਲ ਸੁਹਾਗ ਇਕਾਂਗੀ ਲਿਖਿਆ ਗਿਆ ਹੈ। ਠੀਕ ਹੈ ਜੀ। ਸੋ ਇਹ ਆਪਾਂ ਸ਼ੁਰੂਆਤ ਹੀ ਕੀਤੀ ਸੀ ਕੇਸ਼ਵ ਚੰਦਰ ਨੰਦਾ ਤੋਂ ਇਸਦੀ ਸ਼ੁਰੂਆਤ ਹੋਈ ਹੈ ਤੇ ਕਿਵੇਂ ਇਹ ਆਪਾਂ ਸਟਾਰਟਿੰਗ ਦੇ ਵਿੱਚ ਜੋ ਗੱਲ ਕਰ ਚੁੱਕੇ ਸੀ 1913 ਦੇ ਵਿੱਚ। ਹਾਂਜੀ, ਅਗਲਾ ਪ੍ਰਸ਼ਨ ਹੈ। ਹਾਂਜੀ, ਸੋ ਇਹ ਕੁਐਸਚਨ ਤਾਂ ਆਪਾਂ ਹੁਣੇ ਰੀਸੈਂਟਲੀ ਹੀ ਰਿਪੀਟ ਕਰਕੇ ਹਟੇ ਸੀ MCQs ਦੇ ਵਿੱਚ ਵੀ। ਕੋਟ ਤੇ ਮਨੁੱਖ ਕਹਾਣੀ ਦਾ ਰਚੇਤਾ ਕੌਣ ਹੈ? ਕਿਉਂਕਿ ਕਈ ਕੁਐਸਚਨ ਜਿਹੜੇ ਆਪਾਂ ਮੈਂ ਜੋ ਟੈਕਸਟ ਬੁੱਕ ਦੇ ਵਿੱਚੋਂ ਲੱਭ ਕੇ ਜੋ ਪਾਉਂਦੀ ਰਹੀ ਸੀ ਸੋ ਤਕਰੀਬਨ ਉਹਨਾਂ ਚੋਂ ਹੀ ਆਉਂਦੇ ਰਹੇ ਨੇ। ਹਾਂਜੀ, ਸੋ ਡੀ ਆਪਸ਼ਨ ਨੇ ਨਵਤੇਜ ਸਿੰਘ। ਅੱਗੇ ਜੀ 45ਵਾਂ ਪ੍ਰਸ਼ਨ ਨਾਰੀ ਦੀ ਕਰੁਣਾਮਈ ਵੇਦਨਾ ਨੂੰ ਕਿਸ ਇਸਤਰੀ ਲੇਖਿਕਾ ਨੇ ਪੇਸ਼ ਕੀਤਾ? ਸੋ ਬੀ ਆਪਸ਼ਨ ਹੈ ਜੀ ਅੰਮ੍ਰਿਤਾ ਪ੍ਰੀਤਮ। ਹਾਂਜੀ, ਅਗਲਾ ਕੁਐਸਚਨ ਹੈ ਜੀ ਆਪਣੇ ਕੋਲ 46ਵਾਂ। ਹਾਂਜੀ, ਗਲੀਏ ਚਿੱਕੜ ਦੂਰ ਕਰ ਸਵੈ ਜੀਵਨੀ ਵਿੱਚ ਲੇਖਕ ਦੇ ਕਿੰਨੇ ਵਰਿਆਂ ਦੀ ਘਟਨਾ ਦਾ ਵੇਰਵਾ ਹੋਇਆ ਹੈ? ਸੋ ਇਸ ਦਾ ਬੀ ਆਪਸ਼ਨ ਹੈ ਜੀ 12 ਵਰੇ। ਇਹ ਵੀ ਆਪਾਂ ਕੁਐਸਚਨ ਜਿਹੜਾ ਹੈ ਜਦੋਂ ਸਵੈ ਜੀਵਨੀ ਵਾਲਾ ਕੀਤਾ ਸੀ ਸੁਰਿੰਦਰ ਸਿੰਘ ਵਣਜਾਰਾ ਬੇਦੀ ਦਾ ਤਾਂ ਅਸੀਂ ਆਪਾਂ ਬੜਾ ਡਿਟੇਲ ਦੇ ਨਾਲ ਕੀਤਾ ਸੀ ਕਿ ਕਿਹੜੇ ਵਰਿਆਂ ਦੇ ਵਿੱਚ ਕਿੰਨੇ ਕਾਂਡਾਂ ਦਾ ਜ਼ਿਕਰ ਕੀਤਾ। ਸੋ ਇਸ ਦੇ ਵਿੱਚ ਜੋ ਹੈ 1947 ਤੋਂ ਲੈ ਕੇ ਹੈ 1959 ਤੱਕ ਜੋ ਹੈ ਉਹ ਆਪਣੇ ਪਟਿਆਲੇ ਤੋਂ ਰਜੌਰੀ ਗਾਰਡਨ ਤੱਕ ਦਾ ਜਿਹੜਾ ਉਹ ਜ਼ਿਕਰ ਕਰਦਾ ਇਸ ਦੇ ਵਿੱਚ। ਸੋ ਇਸ ਦੇ ਵਿੱਚ ਜਿਹੜਾ ਹੈ 12 ਵਰਿਆਂ ਦਾ ਔਰ ਇਸ ਦੇ ਵਿੱਚ ਜ਼ਿਕਰ ਮਿਲਦਾ। ਸੋ ਇਹ ਵੀ ਆਪਾਂ ਨੇ ਡਿਟੇਲ ਦੇ ਵਿੱਚ ਜੋ ਹੈ ਪੇਡ ਕਲਾਸ ਦੇ ਵਿੱਚ ਜੋ ਕੀਤਾ ਹੋਇਆ ਹੈ ਜੀ। ਹਾਂਜੀ, ਜੀਤਾਂ ਦੇ ਨਾਂ ਕਿਸ ਦੀ ਪੁਸਤਕ ਹੈ ਜੀ? ਸੋ 47ਵਾਂ ਪ੍ਰਸ਼ਨ ਹੈ ਜੀ ਗੁਰਬਖਸ਼ ਸਿੰਘ ਪ੍ਰੀਤਲੜੀ। ਹਾਂਜੀ, ਸੋ ਅੱਗੇ 48ਵਾਂ ਪ੍ਰਸ਼ਨ ਹੈ ਜੀ ਸਹੀ ਜੁਟ ਦੱਸੋ। ਹਾਂਜੀ, ਸੋ ਸਹੀ ਉੱਤਰ ਜੋ ਹੈ ਆਪਣੇ ਕੋਲ ਇਸ ਦਾ ਬੀ ਆਪਸ਼ਨ ਹੈ ਜੀ ਵਰਿਆਮ ਸੰਧੂ ਪਰਛਾਵੇਂ। ਠੀਕ ਹੈ ਜੀ। ਸੋ ਚੌਥੀ ਕੁੱਟ ਕਹਾਣੀ ਸੰਗ੍ਰਹਿ ਦੇ ਵਿੱਚ ਇਹ ਪਰਛਾਵੇਂ ਜੋ ਕਹਾਣੀ ਹੈ ਜੀ ਉਹ ਦਰਜ ਹੈ ਜੀ ਚੌਥੀ ਕੁੱਟ ਕਹਾਣੀ ਸੰਗ੍ਰਹਿ ਦੇ ਵਿੱਚ। ਹਾਂਜੀ, ਸੋ ਅੱਗੇ ਹੈ ਜੀ ਸਹੀ ਝੁੱਟ ਦੱਸੋ ਉਹ ਹੈ ਜੀ ਸੀ ਆਪਸ਼ਨ ਬਚਿੰਤ ਕੌਰ ਪਗਡੰਡੀਆਂ। ਹਾਂਜੀ, ਸੋ ਅਗਲਾ 50ਵਾਂ ਪ੍ਰਸ਼ਨ ਹੈ ਜੀ ਕਵਿਤਾ ਦੀ ਪੰਕਤੀ ਦੇ ਖਾਲੀ ਸਥਾਨ ਵਿੱਚ ਕਿਹੜਾ ਸ਼ਬਦ ਆਏਗਾ? ਚਲੋ ਯਾਰੋ ਕਿ ਹੁਣ ਇਹ ਡੈਸ਼ ਛੱਡੀਏ। ਹਾਂਜੀ, ਸੋ ਆਪਸ਼ਨਸ ਹਨ ਆਪਣੇ ਕੋਲ ਘਰ, ਸ਼ਹਿਰ, ਚੌਂਕ ਤੇ ਚੁਰਸਤਾ। ਸੋ ਇਸ ਦਾ ਸਹੀ ਉੱਤਰ ਹੈ ਜੀ ਚੌਂਕ। ਚਲੋ ਯਾਰੋ ਕਿ ਹੁਣ ਇਹ ਚੌਂਕ ਛੱਡੀਏ। ਹਾਂਜੀ, ਗਲਪ ਸਾਹਿਤ ਦੀ ਪ੍ਰਸਿੱਧ ਯੁਕਤ ਹੈ। ਇਹ ਵੀ ਕੁਐਸਚਨ ਜੋ ਹੈ ਆਪਾਂ ਹੁਣੇ ਵੀ ਰੀਸੈਂਟਲੀ ਵੀ ਪਾ ਕੇ ਹਟਿਆਂ ਤੇ ਫਿਲਹਾਲ ਫਸਟ ਸੀਰੀਜ਼ ਸੀ MCQs ਦੀ ਉਸ ਦੇ ਵਿੱਚ ਵੀ ਜੋ ਆਪਾਂ ਨੇ ਕੁਐਸਚਨ ਨੂੰ ਜਿਹੜਾ ਕੀਤਾ ਸੀਗਾ। ਠੀਕ ਹੈ ਜੀ ਇਨਕਲੂਡ। ਸੋ ਇਸ ਦਾ ਜੋ ਸਹੀ ਉੱਤਰ ਹੈ ਜੀ ਆਪਣੇ ਕੋਲ ਬਿਰਤਾਂਤਕਤਾ ਹੈ।
हाँ जी, प्रगतिवादी धारा नाल जिहड़ा संबंधित नहीं है, सो इत्थे आपां नूं कई बार कन्फ्यूजन हो जाती है, सो इसे धारा नाल संबंधित जो नहीं है जी। ठीक है जी, इसका सही उत्तर है जी भाई वीर सिंह। हाँ जी, अगे 53वां क्वेश्चन है जी अपने कोल 1899 ਤੋਂ 1931 ਵਿੱਚ ਕਵੀ ਦਾ ਕਾਲਕ੍ਰਮ ਕਿਹੜਾ ਹੈ ਜੀ। ਸੋ ਆਪਾਂ ਨੇ ਪ੍ਰੋਫੈਸਰ ਪੂਰਨ ਸਿੰਘ ਦਾ ਆਪਾਂ ਬਹੁਤ ਵਾਰ ਕੀਤਾ, ਸੋ ਉਹਨਾਂ ਦਾ ਜਨਮ ਹੈ ਜਿਹੜਾ 1881 ਤੋਂ ਹੋਇਆ। ਠੀਕ ਹੈ ਜੀ, ਸੋ ਧਨੀ ਰਾਮ ਚਾਤ੍ਰਿਕ ਦਾ ਵੀ ਆਪਾਂ ਨੂੰ 1876 ਤੋਂ ਮਿਲਦਾ ਹੈ, ਤੇ ਲਾਲਾ ਕਿਰਪਾ ਸਾਗਰ ਦਾ ਵੀ ਜਿਹੜਾ ਆਪਣੇ ਕੋਲ ਤਕਰੀਬਨ 1814 ਤੋਂ ਸ਼ੁਰੂ ਹੁੰਦਾ ਹੈ। ਸੋ ਇਹਨਾਂ ਦੇ ਵਿੱਚੋਂ ਕੋਈ ਵੀ ਜੇ ਆਪਾਂ ਫਸਟ ਨੂੰ ਦੇਖਿਆ ਜਾਵੇ, ਠੀਕ ਹੈ ਜੀ, ਸੋ ਇਹਨਾਂ ਦੇ ਵਿੱਚੋਂ ਅਗਰ ਕਾਲਕ੍ਰਮ, ਸੋ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਨਹੀਂ ਹੈ। ਠੀਕ ਹੈ ਜੀ, ਸੋ ਕਿਉਂਕਿ ਐਗਜ਼ੈਕਟ ਜੇ ਪੂਰਨ ਸਿੰਘ ਨੂੰ ਵੀ ਜੇ ਆਪਾਂ ਦੇਖ ਲਿਆ ਜਾਵੇ, ਉਹਨਾਂ ਦਾ 1881 ਤੋਂ ਲੈ ਕੇ 1931 ਤੱਕ ਬਣਦਾ ਹੈ। ਸੋ ਇਸ ਦੇ ਅਨੁਸਾਰ ਜਿਹੜਾ ਹੈ ਡੀ ਆਪਸ਼ਨ ਜੋ ਹੈ ਉਹ ਤਿੰਨਾਂ ਵਿੱਚੋਂ ਕੋਈ ਵੀ ਨਹੀਂ। ਹਾਂਜੀ, ਅਗਲਾ ਪ੍ਰਸ਼ਨ ਹੈ, ਹਾਂਜੀ 54ਵਾਂ ਪ੍ਰਸ਼ਨ ਹੈ ਜੀ, ਕਿਸ ਕਵੀ ਦੀ ਕਵਿਤਾ ਦਾ ਆਰੰਭ ਕਿੱਸਿਆਂ ਤੋਂ ਹੋਇਆ ਹੈ। ਠੀਕ ਹੈ ਜੀ, ਸੋ ਇਸ ਦਾ ਸਹੀ ਉੱਤਰ ਜੋ ਹੈ ਜੀ ਆਪਣੇ ਕੋਲ ਉਹ ਹੈ ਜੀ ਧਨੀ ਰਾਮ ਚਾਤ੍ਰਿਕ। हाँ जी, अगला क्वेश्चन जुगनू दीवा ते दरिया जो है वो भी आपा बहुत बार जो क्वेश्चन किया है जी। तो इसका सही उत्तर है जी जगतार। हाँ जी, अगला प्रश्न है जी, हुसन इशक दियां गल्लां नूं वेले वेले दियां गल्लां किसने कहा है जी। सो ये क्वेश्चन का आंसर भी मैं होल्ड करूंगी जी एक बार। ठीक है जी, सो जो भी इसका कोई मैनू क्योंकि तुक्का नहीं मारना मैं, सो प्रॉपर तरीके दे नाल अगर मैनू पता लग गया तो मैं इस कमेंट बॉक्स दे विच इसका आंसर जो छड्डांगी। हाँ जी, सो अगे 57वां प्रश्न है जी अपने कोल, बाबा बलवंत की कविता उषा उसके किस काव्य संग्रह विच है। सो इस तरह के भी क्वेश्चन जो मैं पाउंदी रही सी। तो ये है जी सी ऑप्शन बंदरगाह। हाँ जी, अगे 58वां प्रश्न है जी अपने कोल, मिठे मेवे काव्य संग्रह का रचनाकार कौन है जी। सो ये भी क्वेश्चन आपा ने किया है जी। सो बी ऑप्शन है जी विधाता सिंह तीर। हाँ जी, 59वां प्रश्न है जी अपने कोल, किस कवि सॉरी ਕਿਹੜਾ ਕਵੀ ਕਵਿਤਾ ਦੇ ਨਾਲ ਮਨੋਵਿਗਿਆਨ ਦੇ ਖੇਤਰ ਨਾਲ ਵੀ ਜੋ ਸੰਬੰਧਿਤ ਹੈ ਜੀ। ਸੋ ਸੀ ਆਪਸ਼ਨ ਹੈ ਜੀ ਜਸਵੰਤ ਸਿੰਘ ਨੇਕੀ। ਹਾਂਜੀ, ਸੋ ਪੰਜਾਬੀ ਬਾਤਚੀਤ ਪੁਸਤਕ ਦਾ ਲੇਖਕ ਇਹ ਵੀ ਸਭ ਨੂੰ ਤਕਰੀਬਨ ਜੋ ਆਂਦਾ ਹੋਏਗਾ ਕੁਐਸਚਨ। ਸੋ ਇਹ ਆਪਸ਼ਨ ਹੈ ਜੀ ਸ਼ਰਦਾ ਰਾਮ ਫਿਲੋਰੀ। ਹਾਂਜੀ, ਸੋ ਅੱਗੇ ਜੀ 61ਵਾਂ ਪ੍ਰਸ਼ਨ ਹੈ ਜੀ, ਚੰਚਲ ਦਾ ਪਰਾਇਵਾਚੀ ਹੈ, ਪਰਾਇਵਾਚੀ ਕਿਹੜਾ ਸ਼ਬਦ ਹੈ ਜੀ। ਸੋ ਡੀ ਆਪਸ਼ਨ ਹੈ ਸ਼ੌਕ। हाँ जी, 62वां प्रश्न है जी, शब्दों के अंत जां विचाले आउंदी है जी। सो ए ऑप्शन है जी उच्ची सुर। हाँ जी, अगला 63वां प्रश्न है जी अपने कोल, पुरसलात अते अनल हक किस कावधारा दे संकल्प हैं। सो सी ऑप्शन है इसका सूफी काव। हाँ जी, अगे है 64वां प्रश्न, कक्का अते खक्खा दा अंतर है। सो ये क्वेश्चन भी आप जो करते रहे हैं। सो आपको पता जी जो पहली पहली ते तीसरी हुंदी सवाल प्राण, दूसरी महाप्राण धुनिया दे विच आपां जो कीता, सघोष घोष भी कीता। सो जिहड़ा इस दे विच प्राणता दे आधार दे उत्ते जिहड़ा है अंतर हैगा। हाँ जी, अगे प्रश्न है अपने कोल, हाँ जी, सो दीपो किस एकांगी दी पात्र है। सो डी ऑप्शन है जी ये पत्तन दी बेड़ी। जो फर्स्ट एमसीक्यूज आप करवाए थे उसके विच मैं पात्रां नाल संबंधित क्वेश्चन पाए थे। ठीक है जी, तो अगला क्वेश्चन है जी, अतीत दे परछावे नाटक पहली बार कदों छपिया। सो इसका सी ऑप्शन है जी 1967 दे विच। अगे है जी अपने कोल, टी आर विनोद दे लिखे खोज पत्रां दी किताब आधुनिक पंजाबी सभ्याचार किसने संपादित की है जी। सो यह है जी ए ऑप्शन सुरिंदर कुमार देवेश्वर ने। हाँ जी, अगे है जी सभ्याचार सिद्धांत ते विहार पुस्तक है। सो हाँ जी, ये क्वेश्चन भी आप जिहड़े है जीत सिंह जोशी और गुरबख्श सिंह फ्रैंक दी जिहड़ियां पुस्तकां ने उन्हां नूं काफ़ी बार जिहड़ा दोहरा चुके सी आपां। हाँ जी, सो सभ्याचार ते सिद्धांत ते विहार पुस्तक जिहड़ी है जी वो अपने कोल जीत सिंह जोशी दी है। हाँ जी, सियालां दियां धुनियां हुण भी आपां जिहड़ा सैकेंड सीरीज एमसीक्यूज दे लास्ट वाले लैक्चर होए सी उन्हां दे विच इह क्वेश्चन जो लभ के पाया सी सियालां दी धुनियां। हाँ जी, सो इसका सही उत्तर है जी अपने कोल ज्ञानी गुरदीप सिंह। सो मोस्टली पेपर जिहड़ा है अपने कोल किते होए सिलेबस दे विचों ही जिहड़े आंसर आपां किते क्वेश्चन किते होए ने उन्हां दे विचों ही जिहड़ा आया है। हाँ जी, सो 17वां प्रश्न है जी, दलीप कौर टवाणा की किताब जिन्ना पछाता सच किसने छापी है। सो इसका भी मेरे को हले राइट आंसर जो नहीं है जी। सो इसनों भी होल्ड कर दिया। सो इसका आंसर भी जो कमेंट बॉक्स दे विच ही दसांगी जी।
हाँ जी, अगे जी प्रदेश यात्रा का प्रभाव किस लेखक ते पिया? ए ऑप्शन चरण सिंह शहीद, बी प्रिंसीपल तेजा सिंह, सी जसवंत सिंह कंवल और डी है जी गुरबख्श सिंह। हाँ जी, सो इसका जिहड़ा है डी ऑप्शन है जी गुरबख्श सिंह। हाँ जी, अगे है जी अपने को 72वां प्रश्न है जी, संतोख सिंह धीर दियां कहानियां दे केंद्र विच है जी। सो इसका है जी, सो मार्क्सवादी तो गल करता है। ए ऑप्शन है जी प्रोलोतारी चेतना, सो प्रोलोतारी और बुर्जुआजी जो वर्ग की गल करता है। हाँ जी, सो ये क्वेश्चन भी जिहड़ा बहुत बार पा चुके हैं आप पंजाबी का पहला मौलिक नावल, सो ए ऑप्शन है जी सुंदरी। हाँ जी, अगला अपने कोल किसे रचना विच मंगलाचरण ਦੀਆਂ 17 ਆਉਂਦੀਆਂ ਸੋ ਹਾਂ ਜੀ, ਇਹ ਵੀ ਆਪਾਂ ਐਮਸੀਕਿਊਜ਼ ਦੇ ਵਿੱਚ ਹੁਣੇ ਥੋੜੇ ਦਿਨ ਪਹਿਲਾਂ ਆਨਸਰ ਕੁਐਸਚਨ ਪਾਇਆ ਸੀ, ਜੇ ਸੋ ਆਰੰਭ ਦੇ ਵਿੱਚ ਆਉਂਦੀਆਂ ਨੇ। ਹਾਂਜੀ, ਕਿਹੜੀ ਸ਼ਖਸੀਅਤ ਉੱਚ ਕੋਟੀ ਦੀਆਂ ਪ੍ਰਸ਼ਾਸਨਿਕ ਸੇਵਾਵਾਂ ਨਾਲ ਵੀ ਸੰਬੰਧਿਤ ਰਹੀ ਹੈ? ਸੋ ਇਸ ਦਾ ਆਪਸ਼ਨ ਹੈ ਜੀ ਆਪਣੇ ਕੋਲ ਸੀ ਆਪਸ਼ਨ ਹੈ ਜੀ ਮਹਿੰਦਰ ਸਿੰਘ ਰੰਧਾਵਾ, ਜੋ ਕਿ ਚੰਡੀਗੜ੍ਹ ਦੇ ਕਮਿਸ਼ਨਰ ਵੀ ਰਹੇ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਉਪ ਕੁਲਪਤੀ ਵੀ ਜਿਹੜੇ ਰਹੇ ਸੀ। ਸੋ ਇਸ ਦਾ ਸੀ ਆਪਸ਼ਨ ਜੋ ਸਹੀ ਹੈ ਜੀ ਆਪਣੇ ਕੋਲ। ਅੱਗੇ ਹੈ ਜੀ ਆਪਣੇ ਕੋਲ 76ਵਾਂ ਪ੍ਰਸ਼ਨ। हाँ जी, प्रश्न है अपने कोल किस कहानी का केंद्री पात्र घुमियार दे कित्ते नाल संबंधित है? सो इसका ए ऑप्शन है जी मैनू टैगोर बना दे। हाँ जी, हेठ लिखिया विचों केड़ी कविता नहीं है? ठीक है जी, सो इसका डी ऑप्शन है जी बासमती दी महक। हाँ जी, अगे 78वां प्रश्न है जी अपने कोल केड़ा नावल निरंजन तस्नीम दा नहीं है? हाँ जी, सो इसके जेडे अपने कोल ऑप्शन ने पानी ते पुल, सड़कां ते कमरे, आवरा कदावरा, दिल्ली दियां गलियां। सो इस क्वेश्चन ते जेडी है आप ऑब्जेक्शन लगा सकते हाँ, क्योंकि जेड़ा पानी ते पुल ते सड़कां ते कमरे, हाँ जी ये सुखबीर दा नावल है। ते आवरा कडावरा जो है सुरजीत सिंह सेठी दा नाटक है जी। सो दिल्ली दियां गलियां है जी वो अमृता प्रीतम दी रचना है जी। सो इस क्वेश्चन में जो है आप इसके ऊपर ऑब्जेक्शन लाया जा सकता है जी। ठीक है जी, हाँ जी, सो अगला प्रश्न है जी अपने को किस लेखक ਨੂੰ ਗਿਆਨਪੀਠ ਦਾ ਅਵਾਰਡ ਮਿਲਿਆ? ਸੋ ਰੀਸੈਂਟਲੀ ਆਪਾਂ ਇਹਨਾਂ ਦੀ ਦੁਬਾਰਾ ਜੋ ਗੱਲ ਕੀਤੀ ਸੀ। हाँ जी, सो ए ऑप्शन है जी अपने को गुरदयाल सिंह ਨੂੰ। ਅੱਗੇ ਹੈ ਜੀ ਪੁੰਨਿਆਂ ਦਾ ਚਾਨਣ ਕਿਸ ਦੀ ਰਚਨਾ ਹੈ ਜੀ? ਸੋ है जी अपने को सी ऑप्शन जसवंत सिंह कंवल। हाँ जी, घड़े ਨੂੰ हथ लाया सारा डैश तिहाया, सो बी ऑप्शन आएगा जी सारा टब्बर तिहाया। हेठ लिखे विचों ब्याह समय गाउण वाला केड़ा गीत है जी? सो बी ऑप्शन है जी सुहाग है। 83वां प्रश्न है जी उद्यम का की अर्थ है? सो उद्यम का बी ऑप्शन है जी कोशिश करना। हाँ जी, अगे है जी अपने को 84वां प्रश्न है जी माघी का मेला किस थां पर धार्मिक श्रद्धा नाल मनाया जाता है? सो श्री मुक्तसर साहिब दे विच। सो आपे सारे क्वेश्चन मेले नाल संबंधित भी जो पूरे डिटेल दे विच कीते होए ने जी सो ग्रुप दे विच। हाँ जी, सो 85वां प्रश्न है जी अपने को चरखम का संबंध है जी। सो सी ऑप्शन है जी चरखे नाल है। अगे 86वां प्रश्न है जी निक्की जिही कुड़ी लै परांदा तुरी यह की है? सो इस टाइप के क्वेश्चन भी बहुत बनाए ने एमसीक्यूज दे विच कि पुछ के की इसकी की विधा है। हाँ जी, सो यह डी ऑप्शन है जी बुझारत है ये। हाँ जी, अगला प्रश्न है अपने को। हाँ जी, सो ये क्वेश्चन भी जिहड़ा बहुत बार वैसे भी डिटेल दे विच कीता है। ठीक है जी, सो बहुत बार गहना नाल संबंधित बहुत सारे क्वेश्चन जिहड़े पाए सी उन्हां दे पिपल पत्तियां भी जो पाया सी कि पिपल पत्तियां गहना है जी। सो बी ऑप्शन है जी कन्ना दा है। हाँ जी, 88वां प्रश्न है इछरा नाम दा पात्र किस किस्से विच आउंदा है जी? सो ए ऑप्शन है जी पूर्ण भगत दे जो किस्से दे विच आउंदा है जी ये। हाँ जी, अगे है अपने को पीछो बकरी की है? सो डी ऑप्शन है जी अपने को लोक खेड है। हाँ जी, सो अपने को लोक खेडां नाल संबंधित भी आपां पूरा डिटेल दे विच जो कीता होया है। हाँ जी, सिर गुंद दे कपत्तीए नैणे उत्ते पा दे डैश सतर पूरी करो। हाँ जी, सो जदों आपां हार श्रृंगार दा जिहड़ा कीता सीगा पूरा डिटेल दे विच, सो जदों डाक बंगले दी गल आई सी ते मैं पूरी ये सतर एवें ही उचार के दसी सी कि इसनूं याद करना आपां इदां जो लोक गीतां दे सहारे याद रखदे हां, सिर गुंद दे कपत्तीए नैणे उत्ते पा दे डाक बंगला। सो ये ऑप्शन इसका सही है जी। हाँ जी, सो केड़ा लोक साजां दा जिहड़ा जुट है? सो सी ऑप्शन है जी ढोलक अते कांटो। हाँ जी, सो अगे 92वें प्रश्न है जी उठाला रस्म कदों की जाती है? सो डी ऑप्शन है जी ये मौत समय की जाती है। अगे है जी तिलचोली कहानी संग्रह विच किन्नियां कहानियां हैं? सो इदां दे क्वेश्चन जरूर जिहड़े औखे जरूर आए ने क्योंकि इन्नियां कहानी संग्रह अपने कोल हैगे ने। तुसीं किहड़ी कहानी संग्रह विच किन्नियां कहानियां ने? सो ये जरूर याद रखना औखा हो जांदा।
ਤੇ ਤਿਲਚੋਲੀ ਕਹਾਣੀ ਦੇ ਵਿੱਚ ਜੋ ਹੈ 15 ਕਹਾਣੀਆਂ ਨੇ, ਸੋ ਸੀ ਆਪਸ਼ਨ ਹੈ ਜੀ ਇਸਦਾ। ਹਾਂਜੀ, ਅੱਗੇ ਆਪਣੇ ਕੋਲ ਹੈ 94ਵਾਂ ਪ੍ਰਸ਼ਨ ਹੈ ਜੀ, ਗੰਦੋੜਾ ਫੇਰਨ ਦੀ ਰਸਮ ਕਦੋਂ ਕੀਤੀ ਜਾਂਦੀ ਹੈ। ਹਾਂਜੀ, ਸੋ ਇਸ ਕੁਐਸਚਨ ਤੇ ਵੀ ਜੋ ਆਬਜੈਕਸ਼ਨ ਲੱਗ ਸਕਦੀ ਹੈ ਜੀ, ਜੋ ਵੈਸੇ ਗੰਦੋੜਾ ਹੁੰਦਾ, ਇੱਥੇ ਗੰਦੋੜਾ ਲਿਖਿਆ, ਸੋ ਗਦੋੜਾ ਵੀ ਸ਼ਬਦ ਮਿਲਦਾ ਹੈ। ਸੋ ਜਿਹੜਾ ਗਦੋੜਾ ਫੇਰਨਾ ਹੁੰਦਾ ਜੀ, ਉਹ ਮੌਤ ਨਾਲ ਸੰਬੰਧਿਤ ਹੈ। ਸੋ ਮੌਤ ਨਾਲ ਸੰਬੰਧਿਤ ਇਹਨਾਂ ਦੇ ਵਿੱਚੋਂ ਕੋਈ ਆਪਸ਼ਨ ਜੋ ਹੈ ਨਹੀਂ, ਸੋ ਆਪਾਂ ਇਸ ਨੂੰ ਆਬਜੈਕਸ਼ਨ ਦੇ ਵਿੱਚ ਲੈ ਸਕਦੇ ਹਾਂ ਜੀ। ਠੀਕ ਹੈ ਜੀ। ਸੋ ਜੋ ਉਸ ਦਿਨ ਕੋਈ ਜਦੋਂ ਆਸੇ ਪਾਸੇ ਜੋ ਮਠਿਆਈ ਵੰਡੀ ਜਾਂਦੀ ਹੈ, ਸੋ ਪਹਿਲਾਂ ਬੇਸਿਕਲੀ ਹੁੰਦਾ ਸੀ ਕਿ ਚੀਨੀ ਦੀ ਚਾਸ਼ਨੀ ਬਣਾ ਕੇ ਉਸਨੂੰ ਕੋਲੀਆਂ ਦੇ ਵਿੱਚ ਪਾ ਕੇ ਉਹਨੂੰ ਜਮਾ ਲਿਆ ਜਾਂਦਾ ਸੀ, ਫਿਰ ਉਸਨੂੰ ਜਿਹੜਾ ਵੰਡਿਆ ਜਾਂਦਾ ਸੀ ਕੁਝ ਇਸ ਤਰ੍ਹਾਂ। ਮਤਲਬ ਜਿਹਨੂੰ ਆਪਾਂ ਇਹਨੂੰ ਇਹ ਵੀ ਕਹਿ ਸਕਦੇ ਸੀ ਕਿ ਜਦੋਂ ਬੰਦਾ ਵੱਡੀ ਉਮਰ ਦਾ ਹੋ ਕੇ ਮਰਦਾ ਸੀ, ਉਸਨੂੰ ਵੱਡਾ ਕਰਨਾ ਜਾਂ ਕੁਝ ਏਦਾਂ। ਠੀਕ ਹੈ, ਸੋ ਇਸ ਕਾਈਂਡ ਆਫ ਇਹ ਮੌਤ ਨਾਲ ਸੰਬੰਧਿਤ ਜਿਹੜੀ ਰਸਮ ਹੈ, ਸੋ ਇਸ ਤੱਕ ਤੇ ਮੌਤ ਦਾ ਇਸ ਆਪਸ਼ਨਸ ਦੇ ਵਿੱਚ ਕਿਤੇ ਜ਼ਿਕਰ ਨਹੀਂ ਆਇਆਗਾ। ਹਾਂਜੀ, ਸੋ ਅੱਗੇ ਆਪਣੇ ਕੋਲ 95ਵਾਂ ਪ੍ਰਸ਼ਨ ਹੈ ਜੀ, ਗੁਰੂ ਨਾਨਕ ਦੇਵ ਜੀ ਨੇ ਕਿਸ ਬਾਣੀ ਵਿੱਚ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਕਿਹਾ ਹੈ ਜੀ। ਸੋ ਇਸਦਾ ਬੀ ਆਪਸ਼ਨ ਹੈ ਜੀ ਜਪਜੀ ਸਾਹਿਬ। ਹਾਂਜੀ, ਇਹ ਕੁਐਸਚਨ ਵੀ ਰੀਸੈਂਟਲੀ ਆਪਾਂ ਹੁਣ ਪਾ ਕੇ ਹਟੇ ਸੀ। ਇਸਤਰੀ ਲਈ ਬਾਗਨ ਸ਼ਬਦ ਦਾ ਪ੍ਰਯੋਗ ਸਭ ਤੋਂ ਪਹਿਲਾਂ ਕਿਸ ਨੇ ਕੀਤਾ? ਸੋ ਡੀ ਆਪਸ਼ਨ ਹੈ ਜੀ ਗੋਰਖਨਾਥ। ਹਾਂਜੀ, ਸੂਫੀ ਮਤ ਦੇ ਸਰੋਤ ਗ੍ਰੰਥ ਹਨ ਜੀ, ਸੋ ਡੀ ਆਪਸ਼ਨ ਹੈ ਜੀ ਕੁਰਾਨ ਅਤੇ ਹਦੀਸਾਂ। ਹਾਂਜੀ, ਸੋ ਅਗਲਾ ਪ੍ਰਸ਼ਨ ਹੈ ਜੀ ਆਪਣੇ ਕੋਲ 98ਵਾਂ ਪ੍ਰਸ਼ਨ। ਹਾਂਜੀ, ਸੋ ਪ੍ਰਸ਼ਨ ਹੈ ਆਪਣੇ ਕੋਲ, ਕਿਸ ਪੰਜਾਬੀ ਇਸਤਰੀ ਲੇਖਿਕਾ ਫਾਲਤੂ ਔਰਤ ਦਾ ਬਿੰਬ ਉਗਾੜਦੀ ਹੈ। ਠੀਕ ਹੈ ਜੀ, ਸੋ ਇਹ ਕੁਐਸਚਨ ਵੀ ਆਪਾਂ ਬਹੁਤ ਵਾਰ ਜੋ ਕੀਤਾ ਹੈਗਾ। ਠੀਕ ਹੈ, ਸੋ ਡਿਟੇਲ ਦੇ ਵਿੱਚ ਵੀ ਇਹ ਜੋ ਕੁਐਸਚਨ ਆਪਾਂ ਕਲਾਸ ਦੇ ਵਿੱਚ ਜੋ ਕਰਦੇ ਰਹੇ ਹਾਂ। ਹਾਂਜੀ, ਸੋ ਇਸ ਦਾ ਸਹੀ ਉੱਤਰ ਜੋ ਹੈ ਜੀ ਆਪਣੇ ਕੋਲ ਡੀ ਆਪਸ਼ਨ ਹੈ ਜੀ ਅਜੀਤ ਕੌਰ। ਹਾਂਜੀ, ਅਗਲਾ ਪ੍ਰਸ਼ਨ ਹੈ ਜੀ, ਕਿਸ ਸੂਫੀ ਸ਼ਾਇਰ ਨੇ ਹੀਰ ਰਾਂਝੇ ਦੀ ਪ੍ਰੇਮ ਕਥਾ ਨੂੰ ਪਹਿਲੀ ਵਾਰ ਅਧਿਆਤਮਿਕ ਅਰਥਾਂ ਵਿੱਚ ਵਰਤਿਆ। ਹਾਂਜੀ, ਸੋ 99ਵਾਂ ਪ੍ਰਸ਼ਨ ਹੈ ਜੀ ਆਪਣੇ ਕੋਲ। ਹਾਂਜੀ, ਸੋ ਪਹਿਲੇ ਵਰਤਨ ਦੀ ਗੱਲ ਜੇ ਆਪਾਂ ਦੇਖੀਏ ਤਾਂ ਜੋ ਗੁਲਾਮ ਫਰੀਦ ਦਾ ਆਪਣੇ ਕੋਲ ਜੀਵਨ ਕਾਲ ਜੋ ਮਿਲਦਾ ਜੀ ਆਪਣੇ ਕੋਲ 1845 ਤੋਂ ਲਗਭਗ 1901 ਦੇ ਵਿੱਚ, ਤੇ ਸ਼ਾਹ ਹੁਸੈਨ ਦਾ ਜਿਹੜਾ ਆਪਣੇ ਕੋਲ ਜੀਵਨ ਕਾਲ ਸੀ ਉਹ ਸੀ ਜੀ ਆਪਣੇ ਕੋਲ 1539 ਤੋਂ 1500 ਜੋ ਹੈ 93 ਦੇ ਵਿੱਚ, ਤੇ ਜੋ ਬੁੱਲੇ ਸ਼ਾਹ ਦਾ ਆਪਣੇ ਕੋਲ ਮਿਲਦਾ ਜੀ 1680 ਤੋਂ ਜੋ ਹੈ 1758 ਦੇ ਵਿੱਚ। ਕਿਤੇ ਅਗਰ ਗਲਤ ਵੀ ਹੋਵਾਂ ਤਾਂ ਮੈਂ ਮਾਫੀ ਚਾਹਾਂਗੀ ਜੀ। ਠੀਕ ਹੈ ਜੀ, ਥੋੜਾ ਬਹੁਤ ਅਗਰ ਜਿਹੜਾ ਹੈ ਬਰਥ ਈਅਰ ਜਾਂ ਡੈਥ ਈਅਰ ਦੇ ਵਿੱਚ ਅਗਰ 1 ਸਾਲ ਦਾ ਕੋਈ ਅੱਗੇ ਪਿੱਛੇ ਹੋਇਆ ਤਾਂ ਮੈਂ ਉਸ ਲਈ ਪਹਿਲੇ ਮਾਫੀ ਚਾਹਾਂਗੀ। ਸੋ ਜੋ ਬਾਬਾ ਫਰੀਦ ਹੈ ਜੀ ਆਪਣੇ ਕੋਲ 1173 ਤੋਂ 1266 ਈਸਵੀ ਹੈ। ਠੀਕ ਹੈ ਜੀ, ਸੋ ਇਹਨਾਂ ਦੇ ਵਿੱਚ ਜੋ ਆਪਾਂ ਦੇਖਦੇ ਹਾਂ ਕਿ ਸ਼ਾਹ ਹੁਸੈਨ ਨੇ ਵੀ ਜੋ ਹੀਰ ਰਾਂਝੇ ਦੀ ਗੱਲ ਕੀਤੀ ਹੈ ਤੇ ਬੁੱਲੇ ਸ਼ਾਹ ਨੇ ਵੀ ਹੀਰ ਰਾਂਝੇ ਦੀ ਗੱਲ ਕੀਤੀ ਹੈ। ਠੀਕ ਹੈ ਜੀ, ਸੋ ਆਪਾਂ ਇਹ ਸਤਰ ਵੀ ਹੁਣ ਮੈਂ ਜੋ ਰੀਸੈਂਟਲੀ ਪਾਈ ਸੀਗੀ ਆਪਣੀ ਐਮਸੀਕਿਊਜ਼ ਦੇ ਵਿੱਚ, ਸੈਕਿੰਡ ਐਮਸੀਕਿਊ ਸੀਰੀਜ਼ ਦੇ ਵਿੱਚ, ਕਿ ਮੈਂ ਵੀ ਝੋਂਕ ਰਾਂਝਣ ਦੀ ਜਾਣਾ ਨਾਲ ਮੇਰੇ ਕੋਈ ਚੱਲੇ। ਠੀਕ ਹੈ ਜੀ, ਸੋ ਉਧਰੋਂ ਬੁੱਲੇ ਸ਼ਾਹ ਵੀ ਕਹਿੰਦਾ ਕਿ ਰਾਂਝਾ ਰਾਂਝਾ ਕਰਦੀ ਹੀ ਮੈਂ ਆਪੇ ਰਾਂਝਾ ਹੋਈ। ਸੋ ਅਗਰ ਆਪਾਂ ਇਹਨਾਂ ਦਾ ਜੀਵਨ ਕਾਲ ਦੇਖੀਏ ਤਾਂ ਸ਼ਾਹ ਹੁਸੈਨ ਦਾ ਆਪਣੇ ਕੋਲ ਪਹਿਲਾ ਜੀਵਨ ਕਾਲ ਜੋ ਮਿਲਦਾ ਹੈ। ਸੋ ਇਸ ਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਜੋ ਹੈ ਸ਼ਾਹ ਹੁਸੈਨ। ਹਾਂਜੀ, ਸੋ ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਹਿਤਕ ਵਿਧਾ ਸੋ ਹੈ ਜੀ ਬੀ ਆਪਸ਼ਨ ਨਿੱਕੀ ਕਹਾਣੀ ਹੈ ਜੀ। ਸੋ ਕਿਹੜਾ ਕਹਾਣੀਕਾਰ ਪ੍ਰਗਤੀਵਾਦੀ ਵਿਚਾਰਧਾਰਾ ਦੀ ਪੇਸ਼ਕਾਰੀ ਬਾਰੇ ਜਾਣਿਆ ਜਾਂਦਾ ਹੈ। ਸੋ ਇਹ ਆਪਸ਼ਨ ਹੈ ਜੀ ਸੁਜਾਨ ਸਿੰਘ। ਬੀ ਆਪਸ਼ਨ ਹੈ ਜੀ ਆਪਣੇ ਕੋਲ ਚਰਨ ਸਿੰਘ ਸ਼ਹੀਦ। ਸੀ ਆਪਸ਼ਨ ਕਰਤਾਰ ਸਿੰਘ ਦੁੱਗਲ ਔਰ ਬਲਵੰਤ ਗਾਰਗੀ। ਸੋ ਇਹ ਆਪਸ਼ਨ ਹੈ ਜੀ ਸੁਜਾਨ ਸਿੰਘ। ਹਾਂਜੀ, ਸੋ ਕਲਿੰਗਾ ਦੇ ਯੁੱਧ ਦਾ ਬਿਰਤਾਂਤ ਕਿਸ ਨਾਵਲ ਵਿੱਚ ਪੇਸ਼ ਹੋਇਆ। ਸੋ ਇਸ ਨਾਲ ਸੰਬੰਧਿਤ ਵੀ ਕੁਐਸਚਨ ਪਾਇਆ ਜਾ ਚੁੱਕਿਆ ਹੈ। ਸੋ ਇਸ ਦਾ ਡੀ ਆਪਸ਼ਨ ਹੈ ਤਸ਼ਾਲੀ ਦੀ ਹੰਸੋ। ਹਾਂਜੀ, ਸੋ ਨਾਲ ਇਹ ਵੀ ਦੱਸਿਆ ਗਿਆ ਸੀ ਕਿ ਤਸ਼ਾਲੀ ਦੀ ਹੰਸੋ ਵਿੱਚ ਨਰਤਕੀ ਕੁਝ ਇਸ ਤਰ੍ਹਾਂ ਦੇ ਕੁਐਸਚਨ ਨਰਤਕੀ ਨਾਲ ਸੰਬੰਧਿਤ ਵੀ ਜੋ ਕੁਐਸਚਨ ਪਾਇਆ ਸੀ, ਸੋ ਮੈਂ ਹੁਣ ਜੋ ਭੁੱਲ ਗਈ। ਹਾਂਜੀ, ਸੋ ਕਿਸ ਨੂੰ ਸਰਸਵਤੀ ਪੁਰਸਕਾਰ ਮਿਲਿਆ, ਇਹ ਵੀ ਆਪਾਂ ਰੀਸੈਂਟਲੀ ਪੁਰਸਕਾਰ ਵਾਲਾ ਜੋ ਕਰਕੇ ਹਟੇ ਹਾਂ। ਸੋ ਪਹਿਲਾਂ ਵੀ ਇਹਨਾਂ ਨੂੰ ਜੋ ਕਰ ਚੁੱਕੇ ਸੀ ਆਪਾਂ। ਸੋ ਜੋ ਹੈ ਜੀ ਇਸ ਦਾ ਆਪਣੇ ਕੋਲ ਸੀ ਆਪਸ਼ਨ ਹੈ ਜੀ ਹਰਭਜਨ ਸਿੰਘ। ਹਾਂਜੀ, ਅਗਲਾ ਹੈ ਜੀ ਭਗਤੀ ਸਾਹਿਤ ਦਾ ਆਧਾਰ ਹੈ। ਭਗਤੀ ਸਾਹਿਤ ਦਾ ਇਤਿਹਾਸ ਜੋ ਰਹੱਸਵਾਦ ਹੈ ਜੀ। ਸੋ 105ਵਾਂ ਪ੍ਰਸ਼ਨ ਹੈ ਜੀ ਹਰਨਾਕਸ਼ ਨਰਸਿੰਘ ਹੋਲਿਕਾ ਕਿਸ ਮਿੱਥ ਕਥਾ ਵਿੱਚ ਆਉਂਦੇ ਹਨ। ਸੋ ਜੀ ਆਪਣੇ ਕੋਲ ਪਤਾ ਹੀ ਹੈ ਜੀ। ਸੋ ਸੀ ਆਪਸ਼ਨ ਜੋ ਪ੍ਰਹਲਾਦ ਭਗਤ। ਹਾਂਜੀ, 106ਵਾਂ ਪ੍ਰਸ਼ਨ ਹੈ ਜੀ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ। ਹਾਂਜੀ, ਇਹ ਕੁਐਸਚਨ ਵੀ ਆਪਾਂ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਮੈਂ ਐਮਸੀਕਿਊਜ਼ ਵਿੱਚ 2-3 ਵਾਰ ਰਿਪੀਟ ਕੀਤਾ ਹੈ ਤਾਂ ਕਿ ਜਿਹੜੇ ਇਸ ਤਰ੍ਹਾਂ ਦੇ ਕੁਐਸਚਨ ਨੇ ਉਹ ਯਾਦ ਹੋ ਜਾਣ। ਹਾਂਜੀ, ਸੋ ਇਸ ਦਾ ਜੋ ਆਪਣੇ ਕੋਲ ਡੀ ਆਪਸ਼ਨ ਹੈ ਜੀ ਗੁਰਬਖਸ਼ ਸਿੰਘ ਫਰੈਂਕ। ਹਾਂਜੀ, ਸੋ 107ਵਾਂ ਪ੍ਰਸ਼ਨ ਹੈ ਜੀ ਸਾਹਿਤ ਵਿੱਚ ਅਗਾਂਹ ਵਧੂ ਰੁਝਾਨ ਨੂੰ। ਸੋ ਇਸ ਦਾ ਉੱਤਰ ਹੈ ਜੀ ਬੀ ਆਪਸ਼ਨ ਪ੍ਰਗਤੀਵਾਦ ਦਾ ਨਾਂ ਦਿੱਤਾ ਜਾਂਦਾ ਹੈ। ਹਾਂਜੀ, ਸੋ ਅਗਲਾ ਪ੍ਰਸ਼ਨ ਹੈ।
हाँ जी, सो थाल की है। सो ये क्वेश्चन जो पाया गया सी एमसीक्यूज ਦੇ ਵਿੱਚ ਤੇ ਉਹਦੇ ਬਾਰੇ ਦੱਸਿਆ ਵੀ ਗਿਆ ਸੀ ਕਿ ਥਾਲ ਹੈ ਕੀ ਹੈ। ਠੀਕ ਹੈ ਜੀ, ਸੋ ਇਹ ਦੱਸਿਆ ਗਿਆ ਸੀ ਕਿ ਇਹ ਲੋਕ ਖੇਡ ਹੈ ਕਿ ਉਹਨੂੰ ਕਿਵੇਂ ਖੇਡਦੇ ਆ। ਠੀਕ ਹੈ, ਇਹ ਸਾਰੀ ਜੋ ਹੈ ਉਸ ਆਪਣੀ ਜਿਹੜੇ ਐਮਸੀक्यूज ਦੀ ਵੀਡੀਓ ਵਿੱਚ ਸਾਰਾ ਕੁਝ ਇਹ ਦੱਸਿਆ ਸੀ। ਸੋ ਇਸ ਦਾ ਡੀ ਆਪਸ਼ਨ ਹੈ ਜੀ ਬਾਲ ਗੀਤ ਨਾਲ ਜੋ ਸੰਬੰਧਿਤ ਹੈ। हाँ जी, अगला प्रश्न है जी अपने को पशुओं ਨੂੰ मनोविज्ञानिक दृष्टि तो कहानियां राही पेश किया है। ठीक है जी, सो इसका उत्तर है जी अपने को करतार सिंह दुग्गल। हाँ जी, सो नेक्स्ट क्वेश्चन है जी, हाँ जी 110वां प्रश्न है। हाँ जी, सो ये 17 भी मैं जड़ियां बहुत क्योंकि 17 में काफी पाउंदी रही सी इस बार। सो 17 वाला क्वेश्चन जेड़ा ये भी मैं विच ऐड किया सी, ये आई थिंक पिछले पेपर च भी आया है। हर एक बंदा शाह दुनिया दा, हर एक तीवी रानी 17 किश्तियां सन जी। सो ये सी बी ऑप्शन प्रीतम सिंह सफीर। हाँ जी, अगे जी अपने को हेठ लिखिया साहित्यिक किरतां विचों किस किरत विच पंजाबी सभ्याचार वधेरे रूपमान होया। सो डी ऑप्शन है जी हीर वारिश। हाँ जी, ਇਹ ਅਗਲਾ ਕੁਐਸਚਨ ਹੈ ਜੀ 112ਵਾਂ ਕੁਐਸਚਨ ਗੋਂਦ ਤੋਂ ਕੀ ਭਾਵ ਹੈ। ਸੋ ਇਹ ਕੁਐਸਚਨ ਵੀ ਜਦੋਂ ਮੈਂ ਤੁਹਾਨੂੰ ਕਲਾਸ ਦੇ ਵਿੱਚ ਵੀ ਕਰਵਾਇਆ ਸੀ ਤਾਂ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਇਸ ਸ਼ਬਦਾਂ ਨੂੰ ਬਸ ਘਟਨਾਵਾਂ ਦੀ ਤਰਤੀਬ ਨੂੰ ਯਾਦ ਰੱਖਣਾ ਹੈ। ਸੋ ਐਮਸੀਕਿਊਜ਼ ਦੇ ਵਿੱਚ ਮੈਂ ਘੱਟੋ ਘੱਟ 2-3 ਵਾਰ ਇਹ ਕੁਐਸਚਨ ਰਿਪੀਟ ਜ਼ਰੂਰ ਕੀਤਾ। ਸੋ ਬਿਲਕੁਲ ਉਦਾਂ ਹੀ ਕੁਐਸਚਨ ਆਇਆ। ਸੋ ਬੀ ਆਪਸ਼ਨ ਹੈ ਜੀ ਘਟਨਾਵਾਂ ਦੀ ਤਰਤੀਬ। ਹਾਂਜੀ, ਸੋ ਅੱਗੇ ਹੈ ਪੋਹ ਦੇ ਮਹੀਨੇ ਦੇ ਮਨਪਸੰਦ ਪਕਵਾਨ ਹੈ ਜੀ। ਸੋ ਇਹ ਆਪਸ਼ਨ ਹੈ ਜੀ ਸਾਗ ਤੇ ਮੱਕੀ ਦੀ ਰੋਟੀ। ਹਾਂਜੀ, ਸੋ 114ਵਾਂ ਪ੍ਰਸ਼ਨ ਹੈ ਜੀ ਆਪਣੇ ਕੋਲ ਕਿਸੇ ਭਾਸ਼ਾ ਦੇ ਸਿਸਟਮ ਰੂਪ ਨੂੰ ਕਹਿੰਦੇ ਹਨ। ਹਾਂਜੀ, ਸੋ ਇਹ ਕੁਐਸਚਨ ਨੂੰ ਵੀ ਮੈਂ ਫਿਲਹਾਲ ਜਿਹੜਾ ਹੈ ਹੋਲਡ ਤੇ ਰੱਖੂੰਗੀ। ਸੋ ਇਸ ਦੇ ਬਾਰੇ ਹਾਲੇ ਕੋਈ ਟਿੱਪਣੀ ਜੋ ਨਹੀਂ ਕਰੂੰਗੀ। ਠੀਕ ਹੈ ਜੀ, ਸੋ ਇਹ ਕੁਐਸਚਨ ਜਿਹੜਾ ਹੈ ਜੇ ਅਗਰ ਇਸ ਨੂੰ ਦੇਖਿਆ ਜਾਵੇ ਤਾਂ ਭਾਸ਼ਾ ਦਾ ਸਿਸਟਮ ਕੀ ਹੈ, ਭਾਸ਼ਾ ਕੀ ਆਪਾਂ ਕਹਿ ਸਕਦੇ ਕਿ ਭਾਸ਼ਾ ਜਿਹੜੀ ਚਿੰਨ੍ਹਾਂ ਦੀ ਪ੍ਰਣਾਲੀ ਹੈ, ਜੋ ਆਪਾਂ ਸਸਿਓਰ ਵਾਲਾ ਕੁਐਸਚਨ ਕੀਤਾ ਸੀ। ਸੋ ਸਾਇੰਸ ਦੀ ਜੋ ਗੱਲ ਕਰਦੇ ਚਿੰਨ੍ਹਾਂ ਦੀ ਗੱਲ ਕਰਦੇ ਹਾਂ, ਸੋ ਲਗਭਗ ਜਿਹੜਾ ਹੈ ਆਪਾਂ ਇਹ ਸੰਕੇਤਾਂ ਦੇ ਆਲੇ ਦੁਆਲੇ ਜੇ ਜਾਣਦੇ ਹਾਂ, ਪਰ ਲੇਕਿਨ ਫਿਰ ਵੀ ਮੈਂ ਇਸ ਕੁਐਸਚਨ ਨੂੰ ਹਲੇ ਇੱਕ ਵਾਰ ਆਨਸਰ ਨੂੰ ਜਿਹੜਾ ਹੋਲਡ ਕਰੂੰਗੀ, ਹਲੇ ਨਹੀਂ ਕਿਉਂਕਿ ਮੈਨੂੰ ਕਲੈਰਿਟੀ ਇਸ ਦੇ ਬਾਰੇ। ਸੋ ਇਸ ਨੂੰ ਵੀ ਜਿਹੜਾ ਹੈ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜੋ ਮੈਂ ਇਸ ਦਾ ਆਨਸਰ ਜੋ ਦੇ ਦੂੰਗੀ। ਹਾਂਜੀ, ਅੱਗੇ ਜੋ 115ਵਾਂ ਪ੍ਰਸ਼ਨ ਹੈ ਜੀ, ਸੋ ਪੰਜਾਬੀ ਸੱਭਿਆਚਾਰ ਵਿੱਚ ਸ਼ਾਹ ਖਰਚੀ ਅਤੇ ਸਵਾਦਲੇ ਭੋਜਨ ਦੇ ਸੰਕਲਪ ਆਏ। ਹਾਂਜੀ, ਸੋ ਇਸ ਨੂੰ ਕੁਐਸਚਨ ਵੀ ਜੋ ਹੋਲਡ ਤੇ ਹੀ ਰੱਖੂੰਗੀ ਇਸ ਦਾ ਆਨਸਰ। ਸੋ ਹਲੇ ਇਸ ਦਾ ਆਨਸਰ ਨਹੀਂ ਦਊਂਗੀ। ਸੋ ਇਸ ਦਾ ਵੀ ਜਿਹੜਾ ਹੈ ਮਿਕਸ ਆਨਸਰ ਜੋ ਲੱਗਦੇ ਨੇ। ਠੀਕ ਹੈ ਜੀ, ਸੋ ਇਸਲਾਮੀ ਸੱਭਿਆਚਾਰ ਬਾਰੇ ਵੀ ਜੋ ਇਹ ਜੋ ਦੇਖਦਾ ਕਿ ਉਹਨਾਂ ਦੇ ਨਾਲ ਜੋ ਹੈ ਬੜੇ ਜਿਹੜੇ ਪਕਵਾਨ ਜਿਹੜੇ ਉਹਨਾਂ ਦੇ ਨਾਲ ਆਏ ਨੇ। ਠੀਕ ਹੈ ਜੀ, ਸੋ ਬਾਕੀ ਅਗਰ ਜੇ ਸਭ ਤੋਂ ਜ਼ਿਆਦਾ ਦੇਖੀਏ ਤਾਂ ਜਿਹੜਾ ਨੇੜੇ ਤੇੜੇ ਆਪਾਂ ਅੰਗਰੇਜ਼ੀ ਸੱਭਿਆਚਾਰ ਦੇ ਚਲੇ ਜਾਂਦੇ। ਕਿਉਂ? ਕਿਉਂਕਿ ਜਦੋਂ ਆਪਾਂ ਹੁਣ ਗੱਲ ਕਰ ਰਹੇ ਸੀਗੇ ਹੁਣ ਪਿੱਛੇ ਜੋ ਆਪਾਂ ਲੈਕਚਰ ਕੀਤਾ ਸੀਗਾ ਕਿ ਭਾਸ਼ਾ ਵਾਲਾ ਕਿ ਜਦੋਂ ਮਹਾਰਾਣਾ ਰਣਜੀਤ ਸਿੰਘ ਦੇ ਸਮੇਂ ਤੱਕ ਵੀ ਜਿਹੜਾ ਹੈ ਫਾਰਸੀ ਰਾਜ ਭਾਸ਼ਾ ਰਹੀ ਸੀ, ਪਰ ਲੇਕਿਨ ਜਦੋਂ ਅੰਗਰੇਜ਼ਾਂ ਦਾ ਰਾਜ ਹੋਇਆ ਤਾਂ ਉਹਨਾਂ ਨੇ ਜਿਹੜਾ ਫਾਰਸੀ ਨੂੰ ਪਾਸੇ ਕਰ ਦਿੱਤਾ ਤੇ ਜਿਹੜਾ ਅੰਗਰੇਜ਼ਾਂ ਨੇ ਆਪਣੀ ਅੰਗਰੇਜ਼ੀ ਨੂੰ ਤੇ ਆਪਣੇ ਜਿਹੜਾ ਉਸ ਦੇ ਵਿੱਚ ਪਰ ਕਹਿੰਦੇ ਜਿੰਨਾ ਫਾਰਸੀ ਨੇ ਨਹੀਂ ਆਪਣਾ ਲੋਕਾਂ ਦੇ ਵਿੱਚ ਇਤਨਾ ਰੁਤਬਾ ਕਾਇਮ ਕੀਤਾ ਸੀ ਜਿੰਨਾ ਕਿ ਅੰਗਰੇਜ਼ੀ ਨੇ ਜਾਂ ਅੰਗਰੇਜ਼ਾਂ ਦੇ ਸੱਭਿਆਚਾਰ ਨੇ ਕਾਇਮ ਕਰ ਲਿਆ ਸੀ। ਸੋ ਅੰਗਰੇਜ਼ੀ ਦਾ ਪ੍ਰਭਾਵ ਜਿਹੜਾ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ। ਸੋ ਇਸ ਦਾ ਆਨਸਰ ਵੈਸੇ ਕਿਤੇ ਨਾ ਕਿਤੇ ਅੰਗਰੇਜ਼ੀ ਸੱਭਿਆਚਾਰ ਦੇ ਨੇੜੇ ਜੋ ਆਪਾਂ ਨੂੰ ਮਿਲਦਾ ਹੈ। ਠੀਕ ਹੈ ਜੀ, ਸੋ ਉਹਨਾਂ ਨੂੰ ਦੇਖ ਕੇ ਆਪਾਂ ਉਹਨਾਂ ਦੇ ਵਾਂਗੂ ਸੁੱਟੜ ਬੁੱਟੜ ਰਹਿਣਾ ਪਸੰਦ ਕਰਦੇ ਹਾਂ। ਸੋ ਸਵਾਦਲੇ ਜਿਹੜੇ ਆਪਣੇ ਕੋਲ ਫਾਸਟ ਫੂਡ ਵਗੈਰਾ ਜਿਹੜੇ ਨੇ, ਸੋ ਕਿਤੇ ਨਾ ਕਿਤੇ ਜਿਹੜਾ ਹੈ ਅੰਗਰੇਜ਼ੀ ਸੱਭਿਆਚਾਰ ਤੋਂ, ਪਰ ਲੇਕਿਨ ਫਿਰ ਵੀ ਇੱਕ ਵਾਰ ਇਸ ਕੁਐਸਚਨ ਜੋ ਹੋਲਡ ਰੱਖਿਆ ਜਾਂਦਾ ਹੈ ਜੀ। ਸੋ ਇਸ ਦਾ ਆਨਸਰ ਜੋ ਹੈ ਜਿਵੇਂ ਹੀ ਕਲੀਅਰ ਹੋਏਗਾ ਸੋ ਕਮੈਂਟ ਬਾਕਸ ਦੇ ਵਿੱਚ ਲਿਖ ਦਿੱਤਾ ਜਾਏਗਾ। ਹਾਂਜੀ, ਸੋ ਇਹ ਕੁਐਸਚਨ ਜੋ ਵੀ ਪੁਸਤਕ ਆਪਾਂ ਨੇ ਬਹੁਤ ਵਾਰ ਪਾ ਚੁੱਕੇ ਹਾਂ ਜੀ। ਸੋ ਲੋਕਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ ਪੁਸਤਕ ਹੈ ਜੀ। ਸੋ ਬੀ ਆਪਸ਼ਨ ਹੈ ਜੀ ਆਪਣੇ ਕੋਲ ਡਾਕਟਰ ਕਰਨੈਲ ਸਿੰਘ ਥਿੰਦ। ਲੋਕ ਸੰਗੀਤ, ਲੋਕ ਨਾਟ, ਲੋਕ ਨਾਚ, ਲੋਕ ਚਿੱਤਰ ਕਿਸ ਘੇਰੇ ਵਿੱਚ ਆਉਂਦੇ ਹਨ ਜੀ। ਸੋ ਡੀ ਆਪਸ਼ਨ ਹੈ ਜੀ ਆਪਣੇ ਕੋਲ ਇਹ ਲੋਕ ਹੁਨਰ। ਹਾਂਜੀ, ਅੱਗੇ ਹੈ ਜੀ ਮਰਦ ਇਸਤਰੀ ਨੂੰ ਬਾਲੋ ਕਿਸ ਲੋਕ ਗੀਤ ਵਿੱਚ ਕਹਿੰਦਾ ਹੈ ਜੀ। ਸੋ ਸੀ ਆਪਸ਼ਨ ਹੈ ਜੀ ਆਪਣੇ ਕੋਲ ਮਾਹੀਆ। ਹਾਂਜੀ, ਅੱਗੇ ਆਪਣੇ ਕੋਲ ਪ੍ਰਸ਼ਨ ਹੈ। ਹਾਂਜੀ, ਸੋ ਪ੍ਰਸ਼ਨ ਹੈ ਜੀ ਅੱਗੇ ਕੋਲ ਆਪਣੇ ਕੋਲ 119ਵਾਂ ਪ੍ਰਸ਼ਨ ਹੈ ਜੀ। ਹਾਂਜੀ, ਸੋ ਪ੍ਰਸ਼ਨ ਹੈ ਲਾੜੇ ਨਾਲ ਵਿਅੰਗ ਅਤੇ ਹਾਸਾ ਠੱਠਾ ਕਿਸ ਲੋਕ ਕਾਵਿ ਰੂਪ ਵਿੱਚ ਕੀਤਾ ਜਾਂਦਾ ਹੈ। ਸੋ ਇਸ ਦਾ ਜੋ ਸਹੀ ਉੱਤਰ ਹੋਏਗਾ ਜੀ ਉਹ ਸਿੱਠਣੀ ਹੋਏਗਾ। ਠੀਕ ਹੈ ਜੀ, ਕਿਉਂਕਿ ਛੰਦ ਪਰਾਗਾ ਵੀ ਲੱਗਦਾ ਪਰ ਛੰਦ ਪਰਾਗੇ ਵਿੱਚ ਛੰਦ ਜਿਹੜੇ ਸੁਣੇ ਜਾਂਦੇ ਨੇ। ਠੀਕ ਹੈ, ਪਰ ਲੇਕਿਨ ਜਦੋਂ ਵਿਅੰਗ ਦੀ ਗੱਲ ਆਉਂਦੀ ਹੈ, ਜੇ ਵਿਅੰਗ ਵੱਲ ਦੇਖੀਏ ਤਾਂ ਜਿਹੜਾ ਹੈ ਉਸਨੂੰ ਜਿਹੜੇ ਲਾੜੇ ਦੇ ਨਾਲ ਜਿਹੜੇ ਬਰਾਤੀ ਆਏ ਹੁੰਦੇ ਉਹਨੂੰ ਜੋ ਉਸੇ ਪਰਿਵਾਰਕ ਮੈਂਬਰਾਂ ਦੇ ਨਾਲ ਜੋ ਹੈ ਉਸ ਦੇ ਉੱਪਰ ਵਿਅੰਗ ਕੱਸਿਆ ਜਾਂਦਾ ਹੈ। ਠੀਕ ਹੈ ਜੀ, ਸੋ ਜਿਵੇਂ ਕਹਿੰਦੇ ਇਹਨਾਂ ਦੇ ਤੋੜਿਆਂ ਵਰਗੇ ਮੂੰਹ ਉੱਪਰ ਮੁੱਛ ਵੀ ਨਾ। ਸੋ ਇਸ ਤਰ੍ਹਾਂ ਹੈ ਨਾ, ਇਸ ਤਰ੍ਹਾਂ ਦੇ ਜੋ ਵਿਅੰਗ ਕੱਸੇ ਜਾਂਦੇ। ਅਗਰ ਉਸ ਵਿਅੰਗ ਨੂੰ ਦੇਖੀਏ, ਹਾਸੇ ਠੱਠੇ ਨੂੰ ਦੇਖੀਏ ਤਾਂ ਸਿੱਠਣੀ ਜਿਹੜਾ ਇਸ ਦਾ ਆਨਸਰ ਹੈ ਜੀ।
ਅੱਗੇ ਹੈ ਜੀ ਮਿੱਥ ਕਥਾਵਾਂ ਦੇ ਪਾਤਰ ਜਿਹੜੇ ਕਿਹੜੇ ਹੁੰਦੇ ਹਨ ਸੰਜੀ। ਸੋ ਸਿੱਧਾ ਇਸ ਆਨਸਰ ਪਿਆ ਸੀ ਕਿਉਂਕਿ ਬਾਜੀਗਰ, ਸੰਧਾਨ, ਮਨੁੱਖ ਜਾਂ ਮੁਸਾਫਿਰ ਇਸ ਤਰ੍ਹਾਂ ਦਾ ਕੋਈ ਵੀ ਨਹੀਂ। ਸੋ ਇਹ ਆਪਸ਼ਨ ਹੈ ਜੀ ਆਪਣੇ ਕੋਲ ਦੇਵੀ ਤੇ ਦੇਵਤੇ। ਹਾਂਜੀ, ਸੋ ਅੱਗੇ ਆਪਣੇ ਕੋਲ ਹੈ ਲੋਕ ਸਿਆਣਪਾਂ ਹਮੇਸ਼ਾ ਡੈਸ਼ ਹੁੰਦੀ ਹੈ। ਠੀਕ ਹੈ ਜੀ। ਸੋ ਲੋਕ ਸਿਆਣਪਾਂ ਜਿਹੜੀਆਂ ਹਮੇਸ਼ਾ ਕਾਵਿਕ ਰੰਗਤ ਵਾਲੀ ਹੁੰਦੀ ਹੈ। ਸੋ ਕਿਉਂਕਿ ਇੱਕ ਤਾਂ ਆਪਾਂ ਇਹ ਜਦੋਂ ਦੇਖਦੇ ਹਾਂ ਕਿ ਸ਼ੁਰੂ ਦੇ ਵਿੱਚ ਆਪਾਂ ਇਹੀ ਗੱਲ ਕਰਦੇ ਰਹੇ ਹਾਂ ਕਿ ਜਿਹੜੇ ਕਾਵਮਈ ਚੀਜ਼ਾਂ ਹੁੰਦੀਆਂ, ਲੈਆਤਮਕ ਚੀਜ਼ਾਂ ਹੁੰਦੀਆਂ, ਉਹ ਯਾਦ ਰੱਖਣੀਆਂ ਸੌਖੀਆਂ ਹੁੰਦੀਆਂ ਨੇ। ਠੀਕ ਹੈ ਜੀ। ਜਦੋਂ ਆਪਾਂ ਅਖਾਣਾਂ ਦੀ ਗੱਲ ਕੀਤੀ ਸੀ ਉਸ ਦੇ ਵਿੱਚ ਇਹੀ ਚੀਜ਼ਾਂ ਆਈਆਂ ਸੀ ਕਿ ਇਹ ਲੋਕ ਸਿਆਣਪਾਂ ਇਹੀ ਹੁੰਦੀਆਂ ਨੇ ਨਾ। ਸੋ ਇਹ ਜਿਹੜਾ ਹੈ ਕਾਵਿਕ ਰੂਪ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ, ਲੈਆਤਮਕ ਰੂਪ ਦੇ ਵਿੱਚ ਜਿਹੜੀਆਂ ਇਹ ਹੁੰਦੀਆਂ ਨੇ। ਹਾਂਜੀ, ਸੋ ਉਹ ਬੈਠੇ ਆਪਣੇ ਤਜਰਬੇ ਦੇ ਵਿੱਚੋਂ ਜੋ ਚੀਜ਼ਾਂ ਘੜ ਲੈਂਦੇ ਸੀਗੇ। ਹਾਂਜੀ, ਅੱਗੇ ਸੰਸਕਾਰ ਮਨੁੱਖ ਡੈਸ਼ ਵਿੱਚੋਂ ਪ੍ਰਾਪਤ ਕਰਦਾ ਹੈ। ਹਾਂਜੀ, ਸੋ ਆਪਾਂ ਜੇ ਸੱਭਿਆਚਾਰ ਵਾਲਾ ਜਿਹੜਾ ਕੁਐਸਚਨ ਪੂਰੇ ਡਿਟੇਲ ਦੇ ਵਿੱਚ ਕੀਤਾ ਸੀ, ਸੋ ਉਸ ਦੇ ਵਿੱਚ ਸੰਸਕਾਰਾਂ ਦੀ ਜੋ ਗੱਲ ਕੀਤੀ ਸੀ ਤੇ ਦੱਸਿਆ ਵੀ ਸੀ ਕਿ ਵਿਰਸੇ ਵਿੱਚੋਂ ਕੀ ਪ੍ਰਾਪਤ ਹੁੰਦਾ ਤੇ ਕੀ ਜਿਹੜਾ ਵਿਰਸਾ ਨਹੀਂ ਹੁੰਦਾ। ਠੀਕ ਹੈ ਜੀ। ਸੋ ਇਸ ਦਾ ਜੋ ਆਪਣੇ ਕੋਲ ਹੈ ਸੀ ਆਪਸ਼ਨ ਹੈ ਜੀ, ਸੰਸਕਾਰ ਮਨੁੱਖ ਆਪਣੇ ਵਿਰਸੇ ਵਿੱਚੋਂ ਪ੍ਰਾਪਤ ਜੋ ਕਰਦਾ ਹੈ ਜੀ। ਹਾਂਜੀ, 123ਵਾਂ ਪ੍ਰਸ਼ਨ ਹੈ ਜੀ, ਵਹਿਮ ਵਹਿਮ ਭਰਮ ਦਾ ਆਧਾਰ ਹੁੰਦੇ ਹਨ। ਸੋ ਇਸ ਦਾ ਸੀ ਆਪਸ਼ਨ ਹੈ ਜੀ, ਡਰ ਅਤੇ ਭੈ। ਜਦੋਂ ਸਾਨੂੰ ਕਿਸੇ ਚੀਜ਼ ਤੋਂ ਡਰ ਹੁੰਦਾ ਤਾਂ ਫਿਰ ਉਹੀ ਚੀਜ਼ ਜਿਹੜੀ ਹੈ ਵਹਿਮ ਬਣਦੀ ਹੈ, ਅਦਰਵਾਈਜ਼ ਅਸੀਂ ਉਸ ਚੀਜ਼ ਤੇ ਜਿਹੜਾ ਯਕੀਨ ਜੋ ਨਹੀਂ ਕਰਦੇ। ਸੋ ਇਸ ਦਾ ਸੀ ਆਪਸ਼ਨ ਸਿੱਧਾ ਹੀ ਸੀ। ਹਾਂਜੀ, ਸੋ ਵਿਆਹ ਸ਼ਾਦੀ ਹਵਨ ਸਮੇਂ ਵਰਤੇ ਜਾਣ ਵਾਲੇ ਮੰਤਰਾਂ ਨੂੰ ਕੀ ਕਹਿੰਦੇ? ਸੋ ਬੀ ਆਪਸ਼ਨ ਹੈ ਜੀ, ਪਰਮਾਰਥਕ ਮੰਤਰ। ਹਾਂਜੀ, ਸੋ ਨੌਟੰਕੀ ਕਿਸ ਦਾ ਹਿੱਸਾ ਹੈ? ਸੋ ਵੀ ਕੁਐਸਚਨ ਆਪਾਂ ਬਹੁਤ ਵਾਰ ਕੀਤਾ ਜੀ, ਸਵਾਂਗ ਨਾਟਕ, ਸਾਂਗ ਨਾਟਕ। ਅੱਗੇ ਹੈ ਜੀ, ਮੈਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਿਸੇ ਦੂਜੀ ਬੋਲੀ ਦੀ ਲੋੜ ਨਹੀਂ ਹੈ। ਸੋ ਇਸ ਕੁਐਸਚਨ ਨੂੰ ਵੀ ਜਿਹੜਾ ਹੈ ਮੈਂ ਹੋਲਡ ਤੇ ਹੀ ਰੱਖੂੰਗੀ। ਸੋ ਪਲੀਜ਼ ਇੱਕ ਵਾਰ ਸੋ ਇਸ ਦਾ ਆਨਸਰ ਹੀ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਵੀਡੀਓ ਦਿੱਤਾ ਜਾਏਗਾ। ਠੀਕ ਹੈ ਜੀ। ਹਾਂਜੀ, ਸੋ ਰਾਰਾ ਧੁਨੀ ਵੀ ਆਪਾਂ ਪਿਛਲੇ ਪੇਪਰ ਦੇ ਵਿੱਚ ਵੀ ਆਇਆ ਹੋਇਆ, ਸੋ ਐਮਸੀਕਿਊਜ਼ ਦੇ ਵਿੱਚ ਵੀ ਆਪਾਂ ਦੇਖਿਆ ਸੀ। ਸੋ ਰਾਰਾ ਧੁਨੀ ਹੈ ਜੀ, ਸੋ ਬੀ ਆਪਸ਼ਨ ਹੈ ਜੀ, ਕਾਮਵੀ ਧੁਨੀ ਹੈ। ਹਾਂਜੀ, ਸੋ ਦੁੱਤ ਵਿਅੰਜਨ ਕਿਸ ਚਿੰਨ੍ਹ ਰਾਹੀਂ ਸਾਕਾਰ ਕੀਤੇ ਜਾਂਦੇ ਹਨ ਜੀ? ਸੋ ਦੁੱਤ ਚਿੰਨ੍ਹ ਜੋ ਹੈ ਆਪਣੇ ਕੋਲ ਅੱਧਕ ਨਾਲ ਕੀਤੇ ਜਾਂਦੇ ਨੇ। ਠੀਕ ਹੈ ਜੀ। ਸੋ 129ਵਾਂ ਪ੍ਰਸ਼ਨ ਜੀ, ਵਿਸ਼ੇਸ਼ਣ ਅਤੇ ਵਿਸ਼ੇਸ਼ ਦੇ ਸੰਯੋਗ ਨਾਲ ਬਣਿਆ ਵਿਸ਼ੇਸ਼ਣ ਕਿਹੜਾ ਹੈ? ਸੋ ਇਹ ਕੁਐਸਚਨ ਥੋੜਾ ਟੇਢਾ ਜਿਹਾ ਕੁਐਸਚਨ ਸੀ ਜੀ। ਹਾਂਜੀ, ਸੋ ਇਹਨੂੰ ਆਪਾਂ ਜਦੋਂ ਦੇਖੀਏ ਸਾਰੇ ਆਪਸ਼ਨਾਂ ਨੂੰ ਅਗਰ ਧਿਆਨ ਨਾਲ ਦੇਖੀਏ ਤਾਂ ਆਪਸ਼ਨ ਆਪਣੇ ਕੋਲ ਇਹ ਹੈ ਜੀ, ਬੜੀ ਸੋਹਣੀ ਕੁੜੀ। ਔਰ ਬੀ ਆਪਸ਼ਨ ਹੈ ਜੀ, ਨਿੱਕੇ ਨਿੱਕੇ ਮੁੰਡੇ। ਔਰ ਆਪਣੇ ਕੋਲ ਜੋ ਹੈ ਸੀ ਆਪਸ਼ਨ ਹੈ ਜੀ, ਕੋੜੀ ਜ਼ਹਿਰ ਦਵਾਈ। ਔਰ ਡੀ ਹੈ ਜੀ, ਝੂਠਿਓ। ਠੀਕ ਹੈ ਜੀ। ਸੋ ਇੱਥੇ ਆਪਾਂ ਨੂੰ ਉਹਨੇ ਕਿਹਾ ਵਿਸ਼ੇਸ਼ਣ ਅਤੇ ਵਿਸ਼ੇਸ਼ ਦੇ ਸਹਿਯੋਗ ਨਾਲ ਬਣੇ ਹਨ। ਸੋ ਅਗਰ ਆਪਾਂ ਇਹਨਾਂ ਨੂੰ ਦੇਖੀਏ ਤਾਂ ਇਸ ਦੇ ਵਿੱਚ ਆਪਣੇ ਕੋਲ ਪਹਿਲਾ ਵਾਕ ਹੈ ਜਿਸ ਦੇ ਵਿੱਚ ਆਪਣੇ ਕੋਲ ਕੀ ਹੈ ਜੀ? ਠੀਕ ਹੈ, ਇਸ ਦੇ ਵਿੱਚ ਸਾਰਾ ਬੜੀ ਸੋਹਣੀ ਕੁੜੀ ਲਿਖਿਆ ਹੋਇਆ। ਠੀਕ ਹੈ ਜੀ। ਸੋ ਸੋਹਣੀ ਕੁੜੀ ਆਪਣੇ ਕੋਲ ਇੱਥੇ ਕੀ ਹੋਏਗਾ? ਠੀਕ ਹੈ ਜੀ, ਵਿਸ਼ੇਸ਼ਣੀ ਹੈ। ਸੋ ਬਹੁਤ ਬੜੀ ਸੋਹਣੀ ਕੁੜੀ ਆ ਗਿਆ। ਇੱਥੇ ਜੀ ਨਿੱਕੇ ਨਿੱਕੇ ਮੁੰਡੇ। ਠੀਕ ਹੈ ਜੀ। ਸੋ ਇਸੇ ਵਿੱਚ ਵੀ ਆਪਣੇ ਵਿਸ਼ੇਸ਼ਣ ਪਲੱਸ ਨਾਮ ਜੋ ਹੈ। ਠੀਕ ਹੈ, ਨਿੱਕੇ ਨਿੱਕੇ। ਕੋੜੀ ਜ਼ਹਿਰ ਦਵਾਈ। ਠੀਕ ਹੈ, ਅੱਗੇ ਝੂਠਿਓ। ਕੋੜੀ ਜਿਵੇਂ ਵਿਸ਼ੇਸ਼ਣ ਹੋ ਗਿਆ ਤੇ ਜ਼ਹਿਰ ਦਵਾਈ ਜਿਹੜਾ ਹੈ ਆਪਣੇ ਕੋਲ ਨਾਮ ਹੋ ਗਿਆ ਜੀ। ਸੋ ਝੂਠਿਓ ਇਹ ਇਕੱਲਾ ਹੋ ਗਿਆ। ਸੋ ਜਿਹੜਾ ਵਿਸ਼ੇਸ਼ਣ ਅਤੇ ਵਿਸ਼ੇਸ਼, ਸੋ ਇਹ ਆਪਸ਼ਨ ਹੈ ਜੀ ਇਸਦਾ। ਠੀਕ ਹੈ ਜੀ। ਸੋ ਬੜੀ ਸੋਹਣੀ ਕੁੜੀ। ਹਾਂਜੀ, ਅਗਲਾ ਪ੍ਰਸ਼ਨ ਹੈ ਜੀ ਆਪਣੇ ਕੋਲ। ਹਾਂਜੀ, ਧੁਨੀ ਸਿਧਾਂਤ ਦਾ ਸਿਰਜਕ ਹੈ ਜੀ, ਸੋ ਇਹ ਬੀ ਆਪਸ਼ਨ ਹੈ ਜੀ, ਆਨੰਦ ਵਰਤਕ। ਅੱਗੇ ਹੈ ਜੀ ਆਪਣੇ ਕੋਲ, ਕਿਰਪਾ ਕਰਕੇ ਤੁਸੀਂ ਹੁਣ ਜਾਓ। ਇਹ ਹੈ ਜੀ ਵਾਕ ਦੀ ਕਿਸਮ ਹੈ ਜੀ, ਇਹ ਬੀ ਆਪਸ਼ਨ ਹੈ ਜੀ, ਆਗਿਆਵਾਚਕ। ਹਾਂਜੀ, ਅਗਲਾ ਪ੍ਰਸ਼ਨ ਹੈ ਜੀ ਆਪਣੇ ਕੋਲ, ਅਪੋ ਸਿਧਾਂਤ ਕਿਸ ਦੀ ਦੇਣ ਹੈ ਜੀ? ਸੋ ਇਸ ਦਾ ਬੀ ਆਪਸ਼ਨ ਹੈ ਜੀ ਆਪਣੇ ਕੋਲ, ਬੋਧੀ ਸਕੂਲ। ਸੋ ਮਾਤਰੀ ਕਿਸ ਭਾਸ਼ਾ ਦਾ ਸ਼ਬਦ ਹੈ ਜੀ? ਸੋ ਡੀ ਆਪਸ਼ਨ ਹੈ ਜੀ ਆਪਣੇ ਕੋਲ, ਸੰਸਕ੍ਰਿਤ। ਹਾਂਜੀ, ਪੰਜਾਬੀ ਭਾਸ਼ਾ ਤੇ ਫਾਰਸੀ ਪ੍ਰਭਾਵ ਕਦੋਂ ਢਿੱਲਾ ਪੈਣ ਲੱਗਾ ਜੀ? ਠੀਕ ਹੈ ਜੀ। ਸੋ ਇਸ ਦਾ ਆਪਣੇ ਕੋਲ ਹੈ ਜੀ, ਇਹ ਆਪਸ਼ਨ ਹੈ ਜੀ, ਅੰਗਰੇਜ਼ੀ ਹਕੂਮਤ ਸਮੇਂ। ਠੀਕ ਹੈ ਜੀ। ਸੋ ਆਪਾਂ ਜਦੋਂ ਪੜ੍ਹਦੇ ਹਾਂ ਤਾਂ ਆਪਾਂ ਇਹ ਪੜ੍ਹਿਆ ਸੀ ਕਿ ਮਹਾਰਾਜਾ ਰਣਜੀਤ ਸਮੇਂ ਵੀ ਜਿਹੜੀ ਰਾਜ ਭਾਸ਼ਾ ਕੀ ਸੀ? ਫਾਰਸੀ ਸੀਗੀ। ਠੀਕ ਹੈ, ਉਦੋਂ ਰਾਜ ਭਾਸ਼ਾ ਦਾ ਇਸਨੂੰ ਫਾਰਸੀ ਨੂੰ ਜਿਹੜਾ ਦਰਜਾ ਪ੍ਰਾਪਤ ਸੀ। ਲੇਕਿਨ ਇਸ ਤੋਂ ਜਾਣ ਤੋਂ ਬਾਅਦ ਫਿਰ ਹੈ ਜਦੋਂ ਅੰਗਰੇਜ਼ੀ ਹਕੂਮਤ ਆਉਂਦੀ ਹੈ ਤਾਂ ਫਿਰ ਜਿਹੜਾ ਹੈ ਫਾਰਸੀ ਪ੍ਰਭਾਵ ਢਿੱਲਾ ਪੈਂਦਾ ਜੀ। ਹਾਂਜੀ, ਸੋ ਅਸ਼ਟ ਅਧਿਆਏ ਦਾ ਰਚੇਤਾ ਜੋ ਹੈ ਜੀ ਆਪਣੇ ਕੋਲ ਬੀ ਆਪਸ਼ਨ ਹੈ ਜੀ, ਪਾਣਿਨੀ। ਹਾਂਜੀ, ਸੋ 136ਵਾਂ ਪ੍ਰਸ਼ਨ ਹੈ ਜੀ, ਨਿਘੰਟੂ ਅਤੇ ਨਿਰੁਕਤ ਜਿਹੜਾ ਹੈ ਕਿਸ ਕਲਾ ਦਾ ਨਮੂਨਾ ਹੈ? ਸੋ ਜਿਹੜਾ ਪ੍ਰੀਵੀਅਸ ਪੇਪਰ ਹੁਣ ਕਰਵਾਇਆ ਸੀ ਜੀ ਉਸ ਦੇ ਵਿੱਚ ਜਿਹੜਾ ਹੈ ਕੋਸ਼ ਨਾਲ ਸੰਬੰਧਿਤ ਕੁਐਸਚਨ ਆਇਆ ਸੀ। ਉਸ ਦੇ ਵਿੱਚ ਜਿਹੜੇ ਇਹ ਆਪਸ਼ਨ ਸਿੱਧੇ ਹੀ ਪਏ ਹੋਏ ਸੀਗੇ। ਠੀਕ ਹੈ ਜੀ। ਸੋ ਇਸ ਦਾ ਸੀ ਆਪਸ਼ਨ ਹੈ ਜੀ, ਕੋਸ਼ ਕਲਾ।
हाँ जी 137वां प्रश्न है जी अपने को वाद कोश साहित्य कला ते विज्ञान किस दी जिहड़ी रचना है जी ये सो इसका आंसर है जी बी ऑप्शन है जोगिंदर सिंह कैरो। हाँ जी अगे अपने कोल है जी पंजाबी पर्याय ते विपर्याय कोश दा जिहड़ा प्रकाशक कित्थों होया जी सो ये है जी सी ऑप्शन है जी अपने कोल है पब्लिकेशन ब्यूरो। अगे जी पंजाबी सूफी साहित्य संदर्भ ग्रंथ किसदी है जी अपने कोल जी गुरदेव सिंह। अगे 140वां प्रश्न है जी प्रचायक भाषा विज्ञान पुस्तक है जी सो है डी ऑप्शन है जी अपने कोल वेद अग्निहोत्री। हाँ जी सो अगला प्रश्न है पंजाबी निक्की कहानी दूजे दौर विच प्रवेश करती है जी तो इसके ऑप्शंस जो सी अपने कोल मोहन सिंह वैद नाल संत सिंह सेखो नाल बलबीर परवाना नाल और सुखजीत नाल। सो अगर जे आप देखिए तो मोहन सिंह वैद जिहड़ा पहले दा कवि है अपने कोल ठीक है जी फिर उस तो बाद अपने कोल संत सिंह सेखो आंदा ते बलबीर परवाना ते सुखजीत जिहड़े ये बाद दे अपने कोल राइटर ने। सो सीधा जे आप अगर ध्यान जी लाउंदे तां ये बी ऑप्शन सी अपने कोल संत सिंह सेखो। हाँ जी सो अगे है जी अपने को 142वां प्रश्न है जी रुबाई किस भाषा का संबंध है सो ये भी क्वेश्चन आप बहुत बार कर चुके हैं सो यह जी अरबी भाषा। सो मोतियां नु एक धागे विच परोना ये क्वेश्चन भी बहुत बार हो चुका है जी सो नज़म दे अर्थ ने ये मोतियां नु धागे विच परोना। हाँ जी सो 144वां प्रश्न है जी अपने कोल यादां नाल संबंधित वार्तक साहित्य रूप है जी सो सी ऑप्शन है संस्मरण राणा सूरत सिंह। सो ये क्वेश्चन भी जो तकरीबन अपने लगातार जो चल रहे ने आप किते हुए ने सारी प्रैक्टिस दे विच। सो राणा सूरत सिंह की है जी सो ये भाई वीर सिंह रचित जो है महाकाव्य सो इसकी भी गल जी बहुत बार कर चुके हैं सो आप। हाँ जी सो 146वां प्रश्न है जी बर्फ दी अग जो किसकी रचना है जी सो ए ऑप्शन है जसवंत सिंह कमल। हाँ जी अगे 147वां प्रश्न है जो ये क्वेश्चन वैसे अपने को जो है 27 जनवरी जो होना चाहिए सी ठीक है जी सो 27 जनवरी के अकॉर्डिंग जो डी ऑप्शन है जी वो गुरमुख सिंह मुसाफिर। सो इसनु आप जो है ऑब्जेक्शन विच भी जो लै सकते हैं। हाँ जी सो 148वां प्रश्न ये भी क्वेश्चन आप बहुत जो किया होया है सो है अपने को अलाणिया की मुख्य भूमिका की है सो सी ऑप्शन है जी नैण जो है इसकी मुख्य भूमिका हो निभाती है। हाँ जी सो नैण की जो भूमिका होंगी है इसके हाँ जी अगला अपने को 149वां प्रश्न है जी शिव कुमार बटालवी दी किस कविता ਨੂੰ 20वीं सदी ਦੇ ਦੂਜੇ ਅੱਧ ਦੀ ਪ੍ਰਗੀਤਕ ਕਵੀ ਦਾ ਸਿਖਰ ਮੰਨਿਆ ਜਾਂਦਾ ਸੋ इसका आंसर है जी बी ऑप्शन है जी मैं ते मैं। हाँ जी 100 ਅੱਗੇ ਲਾਸਟ ਜਿਹੜਾ ਪ੍ਰਸ਼ਨ ਹੈ ਜੀ ਆਪਣੇ ਕੋਲ ਪੰਜਾਬੀ ਨੂੰ ਰਾਜ ਭਾਸ਼ਾ ਦਾ ਰੁਤਬਾ ਕਦੋਂ ਮਿਲਿਆ ਸੋ ਇਸ ਦਾ ਆਨਸਰ ਹੈ ਜੀ ਆਪਣੇ ਕੋਲ ਸੀ ਆਪਸ਼ਨ ਹੈ 1967 ਦੇ ਵਿੱਚ ਪਹਿਲਾ ਨੋਟੀਫਿਕੇਸ਼ਨ ਸੀ ਜਿਹੜਾ ਆਪਣੇ ਕੋਲ 30 ਦਸੰਬਰ 1967 ਨੂੰ ਜਿਹੜਾ ਮਿਲਿਆ ਸੀ ਇਹ ਉਸ ਤੇ ਸੀ ਕਿ ਵੀ ਹੁਣ ਰਾਜ ਭਾਸ਼ਾ ਜਿਹੜੀ ਲਾਗੂ ਕੀਤੀ ਜਾਵੇ ਠੀਕ ਹੈ ਸੋ ਹੌਲੀ ਹੌਲੀ ਅੱਗੇ ਜੋ ਇਸ ਤੋਂ ਬਾਅਦ ਜਿਹੜੇ ਆਂਦੇ ਸੋ ਪਹਿਲਾ ਨੋਟੀਫਿਕੇਸ਼ਨ ਜਿਹੜਾ ਹੈ 1967 ਦੇ ਵਿੱਚ ਜੋ ਆਇਆ ਸੀ ਜੀ। ਹਾਂਜੀ ਸਟੂਡੈਂਟਸ ਇਹ ਸੀ ਆਪਣੇ ਕੋਲ ਅੱਜ ਦਾ ਜੋ ਪੇਪਰ ਸੀ ਜੀ ਠੀਕ ਹੈ ਜੀ ਜੋ ਕੱਲ ਹੋ ਚੁੱਕਿਆ ਜੀ ਸੋ ਉਸ ਦੇ ਜੋ ਆਨਸਰ ਜੋ ਮੈਨੂੰ ਲੱਗਦੇ ਨੇ ਸੋ ਮੇਰੇ ਆਧਾਰ ਤੇ ਠੀਕ ਹੈ ਜੀ ਸੋ ਐਕਸਪੈਕਟਡ ਆਨਸਰ ਕੀ ਜੋ ਸੀ। ਹਾਂਜੀ ਸੋ ਬਾਕੀ ਜੋ ਵੇਟ ਕਰਦੇ ਆਪਾਂ ਆਫੀਸ਼ੀਅਲ ਆਨਸਰ ਕੀ ਦੀ ਸੋ ਹਾਂਜੀ ਇਹ ਸੀ ਆਪਣਾ ਮਾਸਟਰ ਕੇਡਰ ਦਾ। ਸੋ ਹਾਂਜੀ ਹੁਣ ਜਿਹੜੇ ਸਾਵਲ ਕਲਾਸਿਸ ਵੱਲੋਂ ਹੋਰ ਗਰੁੱਪ ਜਿਹੜੇ ਸਟਾਰਟ ਕੀਤੇ ਜਾ ਰਹੇ ਨੇ ਠੀਕ ਹੈ ਜੀ ਜਨਵਰੀ ਦੇ ਵਿੱਚ ਸੋ ਜਿਨ੍ਹਾਂ ਦੇ ਵਿੱਚ ਆਪਣੇ ਕੋਲ ਜੋ ਐਨਟੀਏ ਯੂਜੀਸੀ ਨੈਟ ਦਾ ਜੋ ਹੈ ਉਹ ਗਰੁੱਪ ਜਿਹੜਾ ਹੈ ਸਾਰੇ ਸਬਜੈਕਟਾਂ ਨਾਲ ਸੰਬੰਧਿਤ ਸ਼ੁਰੂ ਕੀਤਾ ਜਾ ਰਿਹਾ ਹੈ ਸੋ ਐਨਟੀਟੀ ਦਾ ਗਰੁੱਪ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਸੋ ਇਹ ਸਾਰੇ ਗਰੁੱਪ ਜਿਹੜੇ ਹੈ ਸਾਡੇ ਕੋਲ ਜਨਵਰੀ ਦੇ ਵਿੱਚ ਸਟਾਰਟ ਹੋਣ ਵਾਲੇ ਨੇ ਸੋ ਪੀਐਸ ਟੈਟ ਵੀ ਸਟਾਰਟ ਹੋ ਰਿਹਾ ਜੀ ਸੋ ਨਾਇਬ ਤਹਿਸੀਲਦਾਰ ਹੈ ਜਿਹੜਾ ਉਹ ਆਲਰੇਡੀ ਸਟਾਰਟ ਹੋ ਚੁੱਕਿਆ ਹੈ ਜੀ ਗਰੁੱਪ ਔਰ ਪਟਵਾਰੀ ਦਾ ਵੀ। ਸੋ ਜਿੱਦਾਂ ਵੀ ਸਟੂਡੈਂਟ ਨੇ ਇਹਨਾਂ ਸੰਬੰਧੀ ਕੋਈ ਜਾਣਕਾਰੀ ਲੈਣੀ ਹੈ ਜਾਂ ਇਹਨਾਂ ਦੇ ਵਿੱਚ ਕੋਈ ਐਡ ਹੋਣਾ ਹੈ ਠੀਕ ਹੈ ਜੀ ਸੋ WhatsApp ਗਰੁੱਪ ਜਿਹੜਾ ਹੈ ਚੱਲਦੇ ਨੇ ਸੋ ਉਹਨਾਂ ਨੂੰ ਜਿਹੜਾ ਜੁਆਇਨ ਕਰਾਂ ਤੇ WhatsApp ਗਰੁੱਪ ਬਿਲਕੁਲ ਫ੍ਰੀ ਨੇ ਠੀਕ ਹੈ ਜੀ ਉਸ ਦੇ ਲਈ ਤੁਸੀਂ ਕਿਵੇਂ ਜੀ ਕੀ ਕਰਨਾ ਹੈ ਸੋ ਆਪਣਾ ਨਾਮ ਲਿਖ ਕੇ ਠੀਕ ਹੈ ਜੀ ਜੋ ਤੁਹਾਡਾ ਐਗਜ਼ਾਮ ਹੈ ਠੀਕ ਹੈ ਐਗਜ਼ਾਮ ਨਾਮ ਜ਼ਰੂਰ ਲਿਖ ਦਿਓ ਕਿਉਂਕਿ ਉਸ ਤੋਂ ਫੇਰ ਹੀ ਪਤਾ ਲੱਗੇਗਾ ਕਿ ਤੁਹਾਨੂੰ ਕਿਹੜੇ ਗਰੁੱਪ ਦੇ ਵਿੱਚ ਐਡ ਕਰਨਾ ਅਗਰ ਤੁਸੀਂ ਆਪਣੇ ਐਗਜ਼ਾਮ ਦਾ ਨੇਮ ਨਹੀਂ ਲਿਖਦੇ ਕਿ ਤੁਸੀਂ UGC ਵਾਲੇ ਹੋ ਜਾਂ ਪੀਟੈਟ ਵਾਲੇ ਹੋ ਤਾਂ ਜਿਹੜਾ ਹੈ ਤੁਹਾਨੂੰ ਐਡ ਨਹੀਂ ਕੀਤਾ ਜਾਏਗਾ ਫਿਰ ਤੁਹਾਡੇ ਮੈਸੇਜ ਇਦਾਂ ਹੀ ਪਏ ਰਹਿੰਦੇ ਨੇ ਸੋ ਆਪਣਾ ਨਾਮ ਲਿਖ ਕੇ ਜੋ ਤੁਹਾਡਾ ਐਗਜ਼ਾਮ ਹੈ ਠੀਕ ਹੈ ਜੀ ਸੋ ਲਿਖ ਕੇ ਜੋ ਤੁਹਾਡਾ ਸਬਜੈਕਟ ਵਗੈਰਾ ਜੋ ਹੈ ਉਸਨੂੰ ਲਿਖ ਕੇ ਜਿਹੜਾ ਇਹਨਾਂ ਦੋਵਾਂ ਨੰਬਰਾਂ ਤੇ ਜਿਹੜਾ ਹੈ ਤੁਸੀਂ ਕਰ ਸਕਦੇ ਹੋ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਸੋ ਅਗਰ ਕੋਈ ਜਾਣਕਾਰੀ ਹਾਸਿਲ ਕਰਨੀ ਹੈ ਤੁਸੀਂ ਇਹਨਾਂ ਦੋਵਾਂ ਨੰਬਰਾਂ ਤੇ ਵੀ ਜਿਹੜਾ ਹਾਸਿਲ ਕਰ ਸਕਦੇ ਹੋ ਕਿਸੇ ਵੀ ਗਰੁੱਪ ਸੰਬੰਧੀ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਫੀਸ ਜਾਂ ਕੁਝ ਵੀ ਜੋ ਵੀ ਤੁਹਾਨੂੰ ਲੱਗਦਾ ਵੀ ਅਸੀਂ ਪੁੱਛਣਾ ਹੈ
ਸੋ ਡਿਊਰੇਸ਼ਨ ਕੀ ਹੈ ਇਸ ਦੀ, ਠੀਕ ਹੈ ਜੀ, ਗਰੁੱਪ ਦੀ। ਸੋ ਇਹ ਜੋ ਹੈ ਤੁਸੀਂ ਇਹਨਾਂ ਦੋਵਾਂ ਨੰਬਰਾਂ ਤੇ ਜੋ ਕੰਟੈਕਟ ਕਰਕੇ ਪੁੱਛ ਸਕਦੇ ਹੋ ਜੀ। ਹਾਂਜੀ, ਸੋ ਇਸ ਦੇ ਨਾਲ ਹੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਬਾਕੀ ਜੋ ਆਨਸਰ ਜਿਹੜੇ ਹੋਲਡ ਕੀਤੇ ਨੇ ਸੋ ਉਹ ਜਿਹੜੀ ਹੈ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜੋ ਦੇ ਦਿੱਤੇ ਜਾਣਗੇ ਜੀ। ਓਕੇ ਜੀ, ਥੈਂਕ ਯੂ ਜੀ।